ਭਗਤ ਕਬੀਰ ਜੀ ਪਹਿਲੇ 2 ਸ਼ਲੋਕਾਂ ਵਿੱਚ ਇਸ ਮਨੁੱਖੀ ਦੇਹ ਦੀ ਮਹਾਨਤਾ ਸਾਨੂੰ ਦਰਸਾ ਰਹੇ ਹਨ। ਜੀਵਨ ਦੀ ਬੁਨਿਆਦ ਹੈ ਇਹ ਕਾਇਆ। ਜਿਸ ਦਿਨ ਕਾਇਆ ਦਾ ਖੇਡ ਸਮਾਪਤ ਹੋ ਜਾਵੇਗਾ, ਜਿਹੜਾ ਅੰਦਰ ਵਸਣ ਵਾਲਾ ਭੌਰ ਹੈ, ਜਿਸ ਨੂੰ ਅਸੀਂ ਆਪਣਾ ਆਪਾ ਆਖਦੇ ਹਾਂ, ਉਹ ਖੋਜਣ 'ਤੇ ਵੀ ਮਿਲੇਗਾ ਨਹੀਂ। ਕਿੱਥੇ ਗਿਆ, ਨਾ ਕਿਸੇ ਦੀਆਂ ਅੱਖਾਂ ਦੇਖਣ ਦੇ ਸਮਰੱਥ ਰਹਿਣਗੀਆਂ, ਨਾ ਕਿਸੇ ਦੇ ਕੰਨ ਉਸ ਦੀ ਆਵਾਜ਼ ਸੁਣ ਸਕਣਗੇ, ਨਾ ਕੋਈ ਉਸ ਨੂੰ ਸਪਰਸ਼ ਹੀ ਕਰ ਸਕੇਗਾ। ਇਹ ਸਾਰੇ ਅਨੁਭਵ ਇੱਕ ਦੂਜੇ ਨਾਲ ਸਾਂਝੇ ਅਸੀਂ ਕਰਦੇ ਹਾਂ ਤੇ ਉਸ ਦੇ ਪਿੱਛੇ ਬੁਨਿਆਦ ਇਹ ਸਰੀਰ ਹੈ। ਸਰੀਰ ਦੀ ਬਣਤਰ ਤੋਂ ਲੈ ਕੇ ਸਰੀਰ ਦਾ ਤਮਾਸ਼ਾ ਸਮਾਪਤ ਹੋ ਜਾਣ ਤੱਕ ਦੇ ਸਮੇਂ ਨੂੰ ਅਸੀਂ ਜ਼ਿੰਦਗੀ ਆਖਦੇ ਹਾਂ। ਇਹ ਮਨੁੱਖਾ ਦੇਹ ਨੂੰ ਦੇਖਣ ਦੇ 2 ਅਲੱਗ-ਅਲੱਗ ਢੰਗ ਨੇ। ਦੋਹਾਂ ਦਾ ਹੀ ਜ਼ਿਕਰ ਕਬੀਰ ਸਾਹਿਬ ਨੇ ਇਹਨਾਂ ਪਾਵਨ ਬਚਨਾਂ ਵਿੱਚ ਕੀਤਾ ਹੈ। 178ਵੇਂ ਸ਼ਲੋਕ ਅੰਦਰ ਉਹ ਬਚਨ ਕਰਦੇ ਨੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ, ਦਿਵਸ 4 ਕੋ ਪੇਖਣਾ ਅੰਤ ਖੇਹ ਕੀ ਖੇਹ। ਜਿਵੇਂ ਮਿੱਟੀ ਇਕੱਠੀ ਕਰਕੇ ਇੱਕ ਨਗਰੀ ਵਸਾ ਲਈ ਗਈ ਹੋਵੇ, ਇਹ ਪੁਰੀ ਹੈ, ਇੱਕ ਨਗਰੀ ਹੈ। ਜਿਸ ਵੇਲੇ ਭਗਤ ਕਬੀਰ ਜੀ ਨੇ ਇਸ ਕਾਇਆ ਨੂੰ ਨਗਰੀ ਆਖਿਆ, ਉਸ ਵੇਲੇ ਤੱਕ ਵਿਗਿਆਨ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਸ ਕਾਇਆ ਦੇ 1-1 ਸੈਂਟੀਮੀਟਰ ਚਮੜੀ 'ਤੇ ਕਿੰਨੇ ਬੈਕਟੀਰੀਆ ਜੀਵਤ ਨੇ। ਇਹ ਅਜੀਬ ਹੀ ਬਾਤ ਹੈ ਕਿ ਧਿਆਨ ਵਾਲੇ ਲੋਕ ਬਾਹਰੀ ਗਿਆਨ ਵਾਲਿਆਂ ਤੋਂ ਸਦੀਆਂ ਪਹਿਲੇ, ਬਲਕਿ ਯੁੱਗਾਂ ਪਹਿਲੇ, ਉਹ ਇਸ਼ਾਰੇ ਦੇ ਜਾਂਦੇ ਨੇ, ਜਿੱਥੇ ਤੱਕ ਪਹੁੰਚਦਿਆਂ ਹੋਇਆਂ ਵਿਗਿਆਨ ਨੂੰ, ਬਾਹਰ ਦੀ ਖੋਜ ਕਰਨ ਵਾਲਿਆਂ ਨੂੰ ਬੜਾ ਲੰਮਾ ਸਮਾਂ ਲੱਗ ਜਾਂਦਾ ਹੈ। ਭਗਤ ਪੀਪਾ ਜੀ ਦੇ ਵੀ ਬਚਨ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਵਿੱਚ ਹੈ, ਉਹ ਪਿੰਡ ਵਿੱਚ, ਸਰੀਰ ਵਿੱਚ ਵੀ ਹੈ। ਖੋਜੀ ਜਨ ਪਾ ਲੈਂਦੇ ਹਨ। ਇੱਥੇ ਇੱਕ ਭਾਵ ਤਾਂ ਨਿਰੰਕਾਰ ਦਾ ਵੀ ਹੈ, ਪਰ ਨਿਰੰਕਾਰ ਦੇ ਪਸਾਰੇ ਵੱਲ ਵੀ ਦੇਖਿਆ ਜਾਏ ਤਾਂ ਇਹ ਕਾਇਆ ਦੀ ਬਣਤਰ ਬੜੀ ਅਜੀਬ ਹੈ। ਇਹ ਇੱਕ ਨਗਰੀ ਹੈ। ਹਰ ਪਲ ਕੁਝ ਸੈੱਲ ਮਰ ਰਹੇ ਨੇ, ਕੁਝ ਪੈਦਾ ਹੋ ਰਹੇ ਨੇ। ਹਰ ਵੇਲੇ ਸੂਤਕ ਪਾਤਕ ਜੇ ਮੰਨਦੇ ਹੋ ਤਾਂ ਚੱਲ ਹੀ ਰਿਹਾ ਹੈ। ਕਦੀ ਜ਼ਿੰਦਗੀ ਵਿੱਚ ਉਹ ਪਲ ਨਹੀਂ ਆਵੇਗਾ ਜਦ ਤੁਸੀਂ ਇਸ ਤੋਂ ਮੁਕਤ ਹੋ ਸਕੋਗੇ। ਸਤਿਗੁਰੂ ਜੀ ਨੇ ਤਾਂ ਇਸ ਭਰਮ ਜਾਲ ਵਿੱਚੋਂ ਸਾਨੂੰ ਕੱਢਿਆ ਹੀ ਹੈ। ਪਰ ਜੇ ਕੋਈ ਅਜੇ ਵੀ ਮੰਨਦਾ ਤਾਂ ਯਾਦ ਰੱਖੇ, ਸਾਰੀ ਜ਼ਿੰਦਗੀ ਸੂਤਕ ਪਾਤਕ ਆਪਣੀ ਕਾਇਆ ਵਿੱਚ ਹੀ ਚੱਲ ਰਿਹਾ। ਕੁਝ ਮਰ ਵੀ ਰਿਹਾ ਹੈ, ਕੁਝ ਜਨਮ ਵੀ ਲੈ ਰਿਹਾ ਹੈ। ਇਹ ਕਾਇਆ ਇੱਕ ਨਗਰੀ ਹੈ। ਕਬੀਰ ਸਾਹਿਬ ਬਾਹਰ ਦੀ ਬਣਤਰ ਦਾ ਜਦੋਂ ਜ਼ਿਕਰ ਕਰਦੇ ਨੇ, ਉਸ ਵੇਲੇ ਕਹਿੰਦੇ ਨੇ ਕਿ ਜਿਵੇਂ ਕਿਸੇ ਮਿੱਟੀ ਨੂੰ ਇਕੱਠਿਆਂ ਕਰਕੇ ਨਗਰੀ ਵਸਾ ਦਿੱਤੀ ਗਈ ਹੋਵੇ। ਇਹ ਮੁਹਾਵਰਾ ਰੂਪ ਹੈ ਮਿੱਟੀ ਇਕੱਠੀ ਕਰਨੀ।
ਇਕੱਲੀ ਮਿੱਟੀ ਤੋਂ ਨਗਰੀ ਬਣਦੀ ਨਹੀਂ। ਉਸ ਵਿੱਚ ਲੱਕੜੀ ਦੀ ਵੀ ਜ਼ਰੂਰਤ ਹੈ, ਪਾਣੀ ਦੀ ਵੀ ਜ਼ਰੂਰਤ ਪੈਂਦੀ ਹੈ। ਮਕਾਨ ਬਣਾਉਣ ਲਈ ਕਈ ਕੁਝ ਚਾਹੀਦਾ ਹੈ, ਪਰ ਜਿਸ ਨੂੰ ਬੇਸ ਮੰਨਿਆ ਜਾਂਦਾ ਹੈ, ਜਿਸ ਦੀ ਸਭ ਤੋਂ ਵੱਧ ਜ਼ਰੂਰਤ ਹੈ, ਜੋ ਬੁਨਿਆਦ ਹੈ, ਉਹ ਮਿੱਟੀ ਹੈ। ਇਸ ਕਾਇਆ ਨੂੰ ਵੀ ਬਹੁਤ ਵਾਰੀ ਅਸੀਂ ਮਿੱਟੀ ਦੀ ਢੇਰੀ ਆਖ ਦਿੰਦੇ ਹਾਂ ਜਦੋਂ ਪ੍ਰਾਣ ਪੰਖੇਰੂ ਉੱਡ ਜਾਂਦੇ ਨੇ। ਜਦੋਂ ਅੰਦਰੋਂ ਜੀਓ ਨਿਕਲ ਜਾਂਦਾ ਹੈ ਤਾਂ ਸਿਆਣੇ ਲੋਕ ਕਹਿ ਦਿੰਦੇ ਨੇ ਹੁਣ ਤਾਂ ਮਿੱਟੀ ਦੀ ਢੇਰੀ ਰਹਿ ਗਈ ਇਹ ਕਾਇਆ। ਇਹ ਆਮ ਵਰਤੋਂ ਵਿੱਚ ਆਉਣ ਵਾਲਾ ਇੱਕ ਪ੍ਰਕਾਰ ਦਾ ਮੁਹਾਵਰਾ ਹੀ ਹੈ। 5 ਤੱਤ ਇਕੱਠੇ ਕਰ ਪ੍ਰਮਾਤਮਾ ਨੇ ਸਰੀਰ ਰਚ ਦਿੱਤਾ ਏ, ਮਿੱਟੀ ਦੀ ਇੱਕ ਨਗਰੀ ਬਣਾ ਦਿੱਤੀ। ਤੇ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਚੀਜ਼ ਕਦੀ ਬਣਦੀ ਹੈ ਉਹ ਕਦੀ ਨਾ ਕਦੀ ਮਿਟਦੀ ਵੀ ਹੈ। ਜਿਸ ਦਾ ਜਨਮ ਹੈ ਉਸ ਦੇ ਸੰਬੰਧ ਵਿੱਚ ਨਿਸ਼ਚਿਤ ਰੂਪ ਵਿੱਚ ਇੱਕ ਗੱਲ ਆਖੀ ਜਾ ਸਕਦੀ ਹੈ ਕਿ ਉਸ ਦੀ ਮੌਤ ਵੀ ਹੈ। ਇਹ ਦੋਵੇਂ ਜੁੜੇ ਹੋਏ ਨੇ, ਜਨਮ ਔਰ ਮੌਤ, ਬਣਨਾ ਅਤੇ ਮਿਟਣਾ। ਜੋ ਵਿਚਲਾ ਸਮਾਂ ਹੈ ਉਹ ਦਿਨਾਂ ਦਾ ਹੋਵੇ, ਹਫ਼ਤਿਆਂ ਦਾ ਹੋਵੇ, ਮਹੀਨਿਆਂ ਦਾ ਹੋਵੇ, ਸਾਲਾਂ ਦਾ ਹੋਵੇ ਕਿ ਸਦੀਆਂ ਦਾ ਹੋਵੇ, ਤੇ ਭਾਵੇਂ ਯੁੱਗਾਂ ਤੱਕ ਕਿਉਂ ਨਾ ਹੋਵੇ, ਲੇਕਿਨ ਇੱਕ ਵਕਤ ਜ਼ਰੂਰ ਆਉਂਦਾ ਹੈ ਜਦ ਹੌਲੀ ਹੌਲੀ ਕਮਜ਼ੋਰੀ ਘੇਰ ਲੈਂਦੀ ਹੈ ਅਤੇ ਆਕਾਰ ਨੂੰ ਆਪਣੇ ਰੂਪ ਵਿੱਚੋਂ ਖਤਮ ਹੋਣਾ ਪੈਂਦਾ ਹੈ। ਹਰ ਆਕਾਰ ਮਿਟੇਗਾ। ਇਹ ਕੁਦਰਤ ਦਾ ਨਿਯਮ ਹੈ, ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਬਾਬਾ ਫਰੀਦ ਜੀ ਨੇ ਆਖਿਆ, ਮੈਂ ਤੇ ਸੋਚਦਾ ਸਾਂ ਪੱਗ ਨੂੰ ਕਿਧਰੇ ਕੋਈ ਘੱਟਾ ਨਾ ਲੱਗ ਜਾਏ, ਪਰ ਸੋਚਣ ਦੀ ਗੱਲ ਤਾਂ ਇਹ ਸੀ ਇੱਕ ਦਿਨ ਇਸ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ ਹੈ, ਮਿੱਟੀ ਵਿੱਚ ਮਿਲ ਜਾਣਾ ਹੈ। ਹੋਇਆ ਜੋ ਰਾਖ ਦਾ ਹੀ ਇੱਕ ਅੰਸ਼। ਫਰੀਦਾ ਮੈਂ ਭੋਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਈ, ਸਿਰ ਵੀ ਮਿੱਟੀ ਖਾਏ। ਇਹ ਸੰਸਾਰ ਦੀ ਰਚਨਾ ਰੇਤ ਦੀ ਦੀਵਾਰ ਹੈ। ਆਕਾਰ ਦੇ ਪੱਖ ਤੋਂ ਦੇਖੀਏ ਥਿਰ ਨਹੀਂ ਰਹੇਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸੰਸਾਰ ਨੂੰ ਹੀ ਰੇਤ ਦੀ ਦੀਵਾਰ ਆਖਿਆ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਪੀਤ। ਬਾਲੂ ਕੀ ਪੀਤ ਦਾ ਮਤਲਬ ਹੈ ਰੇਤ ਦੀ ਕੰਧ। ਇਸ ਦੀ ਬਹੁਤ ਵੱਡੀ ਮਿਆਦ ਨਹੀਂ ਮਿਥੀ ਜਾ ਸਕਦੀ। ਰੇਤ ਦੇ ਕਣ ਬਿਖਰੇ ਹੀ ਪਏ ਹਨ। ਕਬੀਰ ਜੀ ਕਹਿੰਦੇ ਹਨ, ਕਾਇਆ ਰਚੀ ਗਈ, 5 ਤੱਤ ਇਕੱਠੇ ਕੀਤੇ, ਇੱਕ ਮਿੱਟੀ ਦੀ ਨਗਰੀ ਵਸਾ ਦਿੱਤੀ ਗਈ। ਕਬੀਰਾ ਧੂਰ ਸਕੇਲ ਕੈ, ਪੁਰੀਆ ਬਾਂਦੀ ਦੇਹ। ਪੁਰੀਆ ਦਾ ਮਤਲਬ ਹੈ ਨਗਰੀ। ਦਿਵਸ 4 ਕੋ ਪੇਖਣਾ, ਅੰਤ ਖੇਹ ਕੀ ਖੇਹ। ਲੇਕਿਨ ਸਦੀਆਂ ਵੀ ਭਾਵੇਂ ਕੋਈ ਕਿਉਂ ਨਾ ਜੀ ਲਵੇ, ਮੁੱਲ ਇੰਝ ਹੀ ਹੈ ਇਸ ਅਨੰਤ ਸਮੇਂ ਦੇ ਸਾਹਮਣੇ,
ਜਿਵੇਂ 4 ਦਿਨ ਦੀ ਮਹਿਮਾਨ ਹੋਵੇ ਇਹ ਕਾਇਆ। ਅਨੰਤ ਸਮਾਂ ਕਦ ਤੋਂ ਸ਼ੁਰੂ ਹੋਇਆ, ਕਦ ਤੱਕ ਰਹੇਗਾ, ਕੋਈ ਜਾਣਦਾ ਨਹੀਂ। ਉਸ ਅਨੰਤ ਸਮੇਂ ਵਿੱਚ ਸਾਡੀ ਜ਼ਿੰਦਗੀ ਕਿੰਨੀ ਕੁ ਲੰਮੀ ਹੋ ਸਕਦੀ ਹੈ। ਸਿਆਣੇ ਲੋਕਾਂ ਨੇ ਇੱਥੇ ਵੀ ਇੱਕ ਮੁਹਾਵਰਾ ਹੀ ਇਸਤੇਮਾਲ ਕੀਤਾ ਹੈ ਕਿ 4 ਦਿਨਾਂ ਦੀ ਮਹਿਮਾਨ ਹੈ ਇਹ ਕਾਇਆ। ਦਿਵਸ 4 ਕੋ ਪੇਖਣਾ, ਅੰਤ ਖੇਹ ਕੀ ਖੇਹ। ਇਸ ਦਾ ਅੰਤ ਕੀ ਹੈ? ਮਿੱਟੀ ਦੀ ਮਿੱਟੀ ਹੋ ਜਾਏਗੀ। ਭਾਵ ਇਹ ਹੈ ਕਿ ਤੱਤ ਸਾਰੇ ਤੱਤਾਂ ਵਿੱਚ ਮਿਲ ਜਾਣਗੇ। ਕਾਇਆ ਦਾ ਇਹ ਵਜੂਦ, ਇਹ ਸ਼ਕਲ ਸੂਰਤ ਜਿਸ ਵਿੱਚ ਅਸੀਂ ਅੱਜ ਦੇਖਦੇ ਹਾਂ, ਇਹ ਨਹੀਂ ਰਹੇਗਾ। ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਜ਼ਿਕਰ ਆਇਆ ਹੈ, ਉਹਨਾਂ ਇੱਕ ਨਹੀਂ 2 ਵਿਸ਼ੇਸ਼ ਮਿਸਾਲਾਂ ਦੇ ਕੇ ਸਾਨੂੰ ਇਹ ਗੱਲ ਸਮਝਾਈ ਕਿ ਕਾਇਆ ਦਾ ਕੋਈ ਭਰੋਸਾ ਨਹੀਂ। ਇਹ 4 ਦਿਨ ਵੀ ਆਖਣ ਦੀ ਬਾਤ ਹੈ, 4 ਮਿੰਟ 4 ਸੈਕਿੰਡ ਵੀ ਰਹੇਗੀ ਹੋਰ ਕਿ ਨਹੀਂ, ਕੋਈ ਯਕੀਨਨ ਨਹੀਂ ਆਖਿਆ ਜਾ ਸਕਦਾ। ਉਹ ਆਖਦੇ ਨੇ ਇੰਜ ਹੈ ਇਸ ਦੀ ਹਾਲਤ ਜਿਵੇਂ ਬਹੁਤ ਤੇਜ਼ ਵਹਿਣ ਵਿੱਚ ਦਰਿਆ ਵਹਿ ਰਿਹਾ ਹੋਵੇ, ਤੁਗਿਆਨੀਆਂ ਆ ਗਈਆਂ ਹੋਣ ਤੇ ਦਰਿਆ ਦੇ ਕਿਨਾਰੇ ਤੇ ਉੱਗਿਆ ਹੋਇਆ ਬਿਰਛ ਕਿੰਨੀ ਕੁ ਦੇਰ ਇਹਨਾਂ ਤੁਗਿਆਨੀਆਂ ਦੇ ਸਾਹਮਣੇ ਅੜ ਸਕੇਗਾ। ਇਹ ਜ਼ੋਰ ਦੇ ਵਹਿਣ ਕਿਸੇ ਵੀ ਪਲ ਇਸ ਨੂੰ ਜੜ੍ਹਾਂ ਤੋਂ ਉਖਾੜ ਕੇ ਵਹਾ ਕੇ ਲੈ ਜਾਣਗੇ। ਦੂਸਰੀ ਮਿਸਾਲ ਉਹਨਾਂ ਦਿੱਤੀ, ਭਾਂਡਾ ਕੱਚਾ ਹੈ, ਉਸ ਵਿੱਚ ਪਾਣੀ ਰੱਖ ਕੇ ਕੋਈ ਸੋਚੇ ਬਹੁਤ ਦੇਰ ਤੱਕ ਟਿਕਾ ਲਵਾਂਗਾ, ਅਸੰਭਵ ਹੈ। ਇਹ ਭਾਂਡਾ ਪੱਕਾ ਨਹੀਂ, ਇਸ ਦਾ ਕੋਈ ਭਰੋਸਾ ਨਹੀਂ। ਇਸ ਨੇ ਖੁਰ ਜਾਣਾ, ਇਸ ਨੇ ਟੁੱਟ ਜਾਣਾ ਹੈ। ਕੰਧੀ ਉੱਤੇ ਰੁਖੜਾ, ਕਿਚਰਕ ਬੰਨੈ ਧੀਰ। ਕਿੰਨੇ ਕੁ ਸਮੇਂ ਤੱਕ ਇਹ ਧੀਰਜ ਬੰਨ ਕੇ ਖੜੋਤਾ ਰਹੇਗਾ ਦਰਿਆਵਾਂ ਦੇ ਵਹਿਣਾਂ ਦੇ ਸਾਹਮਣੇ? ਇਹ ਗਰੀਬ ਰੁਖੜਾ ਉਖੜੇਗਾ। ਕੰਧੀ ਉੱਤੇ ਰੁਖੜਾ, ਕਿਚਰਕ ਬੰਨੈ ਧੀਰ। ਫਰੀਦਾ ਕੱਚੈ ਭਾਂਡਾ ਰੱਖੀਐ, ਕਿਚਰ ਤਾਈ ਨੀਰ। ਕੱਚੇ ਭਾਂਡੇ ਵਿੱਚ ਕਿੰਨੀ ਦੇਰ ਤੱਕ ਪਾਣੀ ਰੱਖ ਲਵੋਗੇ? ਇਹ ਹੈ ਨਗਰੀ ਪਰ ਹੈ ਮਿੱਟੀ ਦੀ, 4 ਦਿਨਾਂ ਦੀ ਮਹਿਮਾਨ ਹੈ। ਇਹ ਵੀ ਮੁਹਾਵਰੇ ਰੂਪ ਵਿੱਚ ਅਸੀਂ ਆਖਦੇ ਹਾਂ, ਪਰ ਆਖਰੀ ਹਸ਼ਰ ਇਸ ਦਾ ਕੀ ਹੋਣਾ? ਦਿਵਸ 4 ਕੋ ਪੇਖਣਾ, ਅੰਤ ਖੇਹ ਕੀ ਖੇਹ। 4 ਦਿਨ ਇਹ ਆਕਾਰ ਦਿਖਾਈ ਦਿੰਦਾ ਹੈ, ਇਹ ਨਗਰੀ ਦਿਖਾਈ ਦੇ ਰਹੀ ਹੈ। ਇਸ ਉੱਪਰ ਅਸੀਂ ਮਾਣ ਕਰਨ ਲੱਗ ਪੈਂਦੇ ਹਾਂ ਕਿ ਇਹ ਕਾਇਆ ਸੁੰਦਰ ਹੈ। ਮਿਲ ਇਸ ਨੇ ਰਾਖ ਵਿੱਚ ਜਾਣਾ, ਪਰ ਕੁਝ ਦਿਨਾਂ ਦੀ ਖੂਬਸੂਰਤੀ ਤੇ ਆਦਮੀ ਬੜਾ ਹੰਕਾਰ ਕਰਦਾ ਹੈ ਕਿ ਮਾਣ ਕਰਦਾ ਹੈ ਇਸ ਵਿੱਚ ਬੜਾ ਬਲ ਹੈ, ਮੇਰੀ ਕਾਇਆ ਬੜੀ ਮਜ਼ਬੂਤ ਹੈ, ਤਾਕਤਵਰ ਹੈ। ਕਬੀਰ ਜੀ ਨੇ ਤਾਂ ਇੱਕ ਹੋਰ ਬਚਨ ਵੀ ਆਖਿਆ। ਉਹ ਕਹਿਣ ਲੱਗੇ, ਮੈਂ ਤੁਹਾਨੂੰ ਇਹ ਸੱਚ ਬਿਆਨ ਕਰਕੇ ਦਰਸਾਉਣਾ ਤੇ ਦਿਖਾਉਣਾ ਚਾਹੁੰਦਾ ਹਾਂ ਕਿ ਇਹ ਸਰੀਰ ਹਰ ਹਾਲਤ ਵਿੱਚ ਮਿਟੇਗਾ। ਜੇ ਸੋਚਦੇ ਹੋ ਤੁਸੀਂ ਕਿ ਤੁਸੀਂ ਬੜੇ ਤਾਕਤਵਰ ਹੋ, ਬੜੇ ਸ਼ਕਤੀਸ਼ਾਲੀ ਹੋ,
ਬੜੇ ਬਲਵਾਨ ਹੋ, ਚਤੁਰ ਹੋ, ਜੇ ਹੋ ਸਕਦਾ ਹੈ ਤੇ ਰੋਕ ਲਓ। ਜੇ ਤੁਹਾਡੇ ਅੰਦਰ ਕੋਈ ਤਾਕਤ ਹੈ ਤੇ ਇਸ ਸਰੀਰ ਨੂੰ ਜਾਣ ਤੋਂ ਰੋਕ ਲਓ, ਬਚਾ ਲਓ। ਪਰ ਦੂਜੀ ਗੱਲ ਵੀ ਦੱਸ ਦੇਵਾਂ, ਗੱਲ ਇੱਥੇ ਹੀ ਮੁੱਕਦੀ ਨਹੀਂ ਕਿ ਇਸ ਸਰੀਰ ਨੇ ਮਿਟਣਾ। ਮੈਂ ਦੂਜਾ ਵੀ ਨੁਕਤਾ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ ਹਾਂ। ਕਬੀਰ ਸਾਹਿਬ ਕਹਿੰਦੇ ਨੇ, ਉਹ ਇਹ ਹੈ ਕਿ ਕਰੋੜਾਂ ਇਕੱਠੇ ਕਰਦੇ ਰਹੋ, ਇੱਕ ਦਿਨ ਕੌਡੀ ਵੀ ਲੈ ਕੇ ਨਹੀਂ ਜਾਓਗੇ। ਨੰਗੇ ਪੈਰੀ ਜਾਣਾ ਹੈ, ਇੱਕ ਵੀ ਪਦਾਰਥ ਨਾਲ ਨਹੀਂ ਜਾਏਗਾ। ਨੰਗੇ ਪੈਰੀ ਜਾਣ ਤੋਂ ਇਹੀ ਭਾਵ ਹੈ ਕਿ ਦੁਨੀਆ ਦੇ ਪਦਾਰਥ ਮੱਲਾਂ ਮਾਰ ਕੇ ਇਕੱਠੇ ਕਰਕੇ ਦਾਅਵੇ ਕਰਨ ਵਾਲਿਆ ਇੱਕ ਕੌਡੀ ਦੀ ਚੀਜ਼ ਵੀ ਆਪਣੇ ਨਾਲ ਨਹੀਂ ਲਿਜਾ ਸਕੇਗਾ। ਕਾਇਆ ਵੀ ਮਿਟੇਗੀ। ਜੇ ਰੋਕ ਸਕਣਾ ਰੋਕ ਲੈ, ਮੈਂ ਤੈਨੂੰ ਸਾਵਧਾਨ ਕਰ ਰਿਹਾ। ਕਬੀਰ ਜੀ ਕਹਿੰਦੇ ਨੇ, ਕਬੀਰ ਇਹੋ ਤਨ ਜਾਏਗਾ, ਸਕੋ ਤਲੇ ਹੋ ਬਹੋਰ, ਮੋੜ ਲਓ, ਰੋਕ ਲਓ। ਸਕੋ ਤਲੇ ਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲਾਖ ਕਰੋੜ। ਇੱਥੇ ਲੱਖਾਂ ਕਰੋੜਾਂ ਇਕੱਠੇ ਕਰਨ ਵਾਲੇ ਵੀ ਨੰਗੇ ਪੈਰੀ ਗਏ, ਭਾਵ ਖਾਲੀ ਹੱਥ ਗਏ, ਕੋਈ ਕੁਝ ਲੈ ਕੇ ਨਹੀਂ ਗਿਆ। ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਇਹ ਸਰੀਰ 4 ਦਿਨ ਦਿਖਾਈ ਦਿੰਦਾ ਹੈ, ਸੋਹਣਾ ਦਿਖਾਈ ਦੇਵੇ, ਪਰ ਆਖਰ ਇਸ ਨੇ ਮਿੱਟੀ ਵਿੱਚ ਮਿਲ ਜਾਣਾ ਹੈ, ਮਿਲ ਜਾਂਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਲੇਕਿਨ ਇਹ ਤਸਵੀਰ ਦਾ ਇੱਕ ਪਹਿਲੂ ਹੈ। ਮਤਾ ਇਸ ਗੱਲ ਨੂੰ ਸੋਚ ਕੇ ਕੋਈ ਨਿਰਾਸ਼ਾ ਵਿੱਚ ਆ ਜਾਏ, ਫਿਰ ਤਾਂ ਇੱਥੇ ਹੀ ਜੇ ਰੁਕ ਗਏ, ਅਰਥ ਕੁਝ ਇਸ ਤਰ੍ਹਾਂ ਦਾ ਬਣ ਜਾਏਗਾ ਕਿ ਜਿਸ ਕੁਦਰਤ ਨੇ ਜਾਂ ਕਾਦਰ ਨੇ ਇਹ ਕਾਇਆ ਬਣਾਈ, ਜਦ ਮਿਟ ਹੀ ਜਾਣੀ ਸੀ, ਬਣਾਉਣ ਦਾ ਕੀ ਅਰਥ। ਖੇ ਨੇ ਖੇ ਹੋ ਜਾਣਾ ਹੈ, ਤੱਤ ਤੱਤਾਂ ਵਿੱਚ ਮਿਲ ਜਾਣੇ ਨੇ, ਇਸ ਦੇ ਬਣਾਉਣ ਦਾ ਅਰਥ ਕੀ ਹੋਇਆ। ਬੇਕਾਰ ਹੈ, ਫਾਲਤੂ ਹੈ। ਕੁਦਰਤ ਦੀ ਮਿਹਨਤ ਵੀ, ਕਾਦਰ ਦੀ ਮਿਹਨਤ ਵੀ ਕੋਈ ਅਰਥਤਾ ਰੱਖਦੀ ਨਹੀਂ। ਜਦ ਇਸ ਰਾਖ ਨੇ ਰਾਖ ਵਿੱਚ ਮਿਲ ਜਾਣਾ ਤੇ ਪਹਿਲੇ ਹੀ ਰਾਖ ਰਹਿ ਜਾਂਦੀ, ਫਿਰ ਕੀ ਫਰਕ ਪੈਂਦਾ। ਪਰ ਇਹ ਨੈਗੇਟਿਵ ਅਪਰੋਚ ਹੋਵੇਗੀ। ਇਹ ਤਾਂ ਤਸਵੀਰ ਦਾ ਇੱਕ ਪਹਿਲੂ ਹੈ। ਜਿਵੇਂ ਕਿਸੇ ਦੇ ਪਾਸ ਹੋਵੇ ਤਾਂ ਹੀਰਾ, ਪਰ ਉਸ ਨੂੰ ਪਰਖ ਨਾ ਹੋਵੇ, ਸਮਝ ਨਾ ਹੋਵੇ। ਮਦਾਰੀ ਨੂੰ ਮਿਲ ਗਿਆ, ਬਾਂਦਰ ਦੇ ਗਲੇ ਪਾ ਦਿੱਤਾ। ਘੁਮਿਆਰ ਨੂੰ ਮਿਲਿਆ, ਉਸ ਖੋਤੇ ਦੇ ਗਲੇ ਬੰਨ੍ਹ ਦਿੱਤਾ। ਜਾਂ ਅਲੀ ਹਫੀਜ਼ ਵਰਗੇ ਨੂੰ ਕੋਹਿਨੂਰ ਮਿਲ ਗਿਆ ਤੇ ਬੱਚੇ ਹੀ ਖੇਡਦੇ ਰਹੇ ਮਹੀਨਿਆਂ ਤੱਕ। ਇਸ ਨਾਲ ਹੀਰੇ ਦੀ ਕੀਮਤ ਘਟ ਨਹੀਂ ਗਈ। ਔਰ ਯਾਦ ਰਹੇ, ਇੱਕ ਦਿਨ ਹੀਰੇ ਨੇ ਵੀ ਮਿੱਟੀ ਹੋਣਾ, ਮਿੱਟੀ ਵਿੱਚੋਂ ਉਪਜਿਆ। ਲੇਕਿਨ ਉਸ ਦੀ ਫਿਰ ਵੀ ਕੋਈ ਕੀਮਤ ਹੈ। ਪਾਰਖੂਆਂ ਦੀਆਂ ਨਿਗਾਹਾਂ ਵਿੱਚ ਉਸ ਦਾ ਮੁੱਲ ਹੈ। ਜੇ ਮੁੱਲ ਨਾ ਜਾਣਨ ਵਾਲਾ ਹੋਵੇ, ਪਾਰਖੂ ਨਾ ਹੋਵੇ, ਤਾਂ ਹੀਰਾ ਮਿੱਟੀ ਵਿੱਚ ਵੀ ਰੁਲਦਾ ਰਹਿ ਸਕਦਾ ਹੈ। ਨਾ ਪਾਰਖੂ ਹੈ, ਕਦਰਦਾਨ ਹੈ, ਨਾ ਕੋਈ ਮੁੱਲ ਪਾਇਆ ਜਾਂਦਾ ਹੈ, ਨਾ ਇਸ ਦੇ ਗੁਣਾਂ ਦਾ ਉਸ ਨੂੰ ਪਤਾ ਹੈ। ਅਮੋਲਕ ਤੋਂ ਅਮੋਲਕ ਵਸਤੂ ਵੀ ਪਾਰਖੂ ਤੋਂ ਬਗੈਰ ਕੋਈ ਮੁੱਲ ਨਹੀਂ ਪਾਉਂਦੀ। ਹਾਂ, ਪਰਖ ਵਾਲਾ ਮਿਲ ਜਾਏ ਤਾਂ ਉਸੇ ਵਸਤੂ ਦਾ ਮੁੱਲ ਪੈ ਜਾਂਦਾ ਹੈ, ਉਹੀ ਕੀਮਤੀ ਬਣ ਜਾਂਦੀ ਹੈ।
ਗੁਣ ਦੇ ਸੰਬੰਧ ਵਿੱਚ ਵੀ ਸਤਿਗੁਰੂ ਜੀ ਨੇ ਆਖਿਆ, ਕਿੰਨਾ ਕੀਮਤੀ ਗੁਣ ਹੋਵੇ ਜੇ ਅਗਾਂਹ ਕੋਈ ਗ੍ਰਾਹਕ ਹੀ ਨਹੀਂ। ਇੱਕ ਸਿਆਣਾ ਪੁਰਸ਼ ਬੜੀਆਂ ਕੀਮਤੀ ਗੱਲਾਂ ਕਰਦਾ ਹੈ, ਪਰ ਸੁਣਨ ਵਾਲਾ ਕੋਈ ਪਾਰਖੂ ਹੋਵੇਗਾ, ਗ੍ਰਹਿਣ ਕਰਨ ਵਾਲਾ ਹੋਵੇਗਾ ਤਾਂ ਉਹ ਮੁੱਲ ਪਾ ਦੇਗਾ, ਕਦਰ ਕਰੇਗਾ। ਭਾਵ ਇੰਨਾ ਹੀ ਹੈ, ਕਦਰ ਕਰੇਗਾ। ਪਰ ਅਗਾਂਹ ਮੂੜ ਬੈਠਾ ਹੈ ਜਿਸ ਨੂੰ ਕੋਈ ਸਮਝ ਹੀ ਨਹੀਂ, ਤੇ ਉਹ ਹਵਾ ਦੇ ਬੁੱਲੇ ਵਿੱਚ ਲਫ਼ਜ਼ ਵਹਿ ਜਾਣਗੇ, ਕੋਈ ਕਦਰ ਨਹੀਂ ਪੈ ਸਕੇਗੀ। ਵਿਣ ਗਾਹਕ ਗੁਣ ਵੇਚੀਐ, ਤੋ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੈ, ਤੋ ਗੁਣ ਲਾਖ ਵਿਕਾਏ। ਠੀਕ ਇਹ ਮਨੁੱਖੀ ਕਾਇਆ ਵੀ ਇੰਜ ਹੀ ਹੈ। ਪਰਮਾਤਮਾ ਕੋਈ ਵਿਹਲਾ ਜਾਂ ਬੇਕਾਰ ਨਹੀਂ ਕਿ ਉਹ ਬੇਕਾਰ ਦੀਆਂ ਵਸਤੂਆਂ ਬਣਾਉਂਦਾ ਹੋਵੇ। ਲੇਕਿਨ ਮਨੁੱਖ ਇਸ ਕਾਇਆ ਤੇ ਅਹੰਕਾਰ ਕਰਕੇ ਨਾ ਬੈਠ ਜਾਏ ਕਿ ਨਿਰੰਕਾਰ ਤੋਂ ਭੁੱਲ ਜਾਏ। ਇਸ ਲਈ ਯਾਦ ਕਰਵਾਇਆ ਹੈ ਇਸ ਸੱਚਾਈ ਨੂੰ ਵੀ ਕਿ ਇਹ ਮਿੱਟੀ ਦਾ ਪੁਤਲਾ ਬਹੁਤ ਦੇਰ ਟਿਕਿਆ ਰਹਿਣ ਵਾਲਾ ਨਹੀਂ। ਇੱਕ ਦਿਨ ਇਹ ਤੱਤਾਂ ਵਿੱਚ ਮਿਲ ਜਾਣੇ ਨੇ। ਨਾ ਇਹ ਸ਼ਕਲ ਰਹੇਗੀ, ਨਾ ਇਹ ਸੂਰਤ ਰਹੇਗੀ, ਨਾ ਇਹ ਬਲ ਰਹੇਗਾ, ਆਕਾਰ ਹੀ ਸਮਾਪਤ ਹੋ ਜਾਏਗਾ। ਮਿੱਟੀ ਮਿੱਟੀ ਵਿੱਚ ਮਿਲ ਜਾਏਗੀ, ਪਾਣੀ ਪਾਣੀ ਵਿੱਚ ਮਿਲ ਜਾਏਗਾ। ਜਿਸ ਕਾਇਆ ਤੇ ਬੜਾ ਮਾਣ ਕਰਦਾ ਹੈ, ਇਹ ਬਚੇਗੀ ਨਹੀਂ। ਇਸ ਲਈ ਸਾਵਧਾਨ ਕਰਨਾ ਵੀ ਜ਼ਰੂਰੀ ਸੀ। ਐਵੇਂ ਆਕੜ ਕੇ ਵੀ ਨਾ ਬੈਠ ਜਾਈ। ਇਹ 4 ਦਿਨਾਂ ਦੀ ਮਹਿਮਾਨ ਹੈ ਕਾਇਆ। ਲੇਕਿਨ ਫਿਰ ਵੀ ਦੂਜਾ ਪਾਸਾ ਖਿਆਲ ਰੱਖ, ਇਹ ਬਿਲਕੁਲ ਬੇਕਾਰ ਵੀ ਨਹੀਂ। 2 ਤਰ੍ਹਾਂ ਦੇ ਲੋਕ ਹਿੰਦੁਸਤਾਨ ਵਿੱਚ ਰਹੇ। ਇੱਕ ਜਿਨ੍ਹਾਂ ਨੂੰ ਅਸੀਂ ਧਾਰਮਿਕ ਲੋਕ ਆਖਦੇ ਹਾਂ, ਉਹਨਾਂ ਨੇ ਵੀ ਇਹੀ ਆਖਿਆ ਕਿ 4 ਦਿਨਾਂ ਦੀ ਜ਼ਿੰਦਗੀ ਹੈ, ਇਸ ਨੂੰ ਸਵਾਰ ਲੈਣਾ ਚਾਹੀਦਾ ਹੈ। ਇਸ ਨੂੰ ਭਜਨ ਸਿਮਰਨ ਨੇਕੀ ਦੇ ਰਾਹ ਤੇ ਲਾ ਕੇ ਸਫਲ ਬਣਾਉਣਾ ਚਾਹੀਦਾ ਹੈ। 4 ਵਾਕੀਏ ਹੋਏ ਬੜੇ ਦਲੀਲਬਾਜ਼, ਉਹਨਾਂ ਦਾ ਆਪਣਾ ਪੰਥ ਸੀ। ਉਹ ਆਖਦੇ ਸਨ ਜ਼ਿੰਦਗੀ 4 ਦਿਨਾਂ ਦੀ ਮਹਿਮਾਨ ਹੈ। ਇੱਥੋਂ ਤੱਕ ਅਸੀਂ ਵੀ ਸਹਿਮਤ ਹਾਂ, ਪਰ ਖਾਓ ਪੀਓ ਐਸ਼ ਕਰੋ। ਧਾਰਮਿਕ ਵਿਅਕਤੀ ਵੀ ਆਖਦਾ ਸੀ ਜ਼ਿੰਦਗੀ 4 ਦਿਨਾਂ ਦੀ ਮਹਿਮਾਨ ਹੈ। 4 ਵਾਕੀਏ ਵੀ ਆਖਦੇ ਸਨ ਇਹ 4 ਦਿਨਾਂ ਦੀ ਮਹਿਮਾਨ ਹੈ। ਧਾਰਮਿਕ ਪੁਰਸ਼ ਵੀ ਆਖਦਾ ਸੀ ਇਸਨੇ ਇੱਕ ਦਿਨ ਮਿਟ ਜਾਣਾ ਹੈ, ਦੁਬਾਰਾ ਮਿਲਣਾ ਨਹੀਂ। 4 ਵਾਕੀਏ ਵੀ ਆਖਦੇ ਸਨ ਇਹ ਜੀਵਨ ਇੱਕ ਦਿਨ ਸਮਾਪਤ ਹੋ ਜਾਣਾ ਹੈ, ਬਾਰ-ਬਾਰ ਮਿਲਣ ਵਾਲਾ ਨਹੀਂ। ਪਰ ਅਗਾਂਹ ਦੀ ਗੱਲ ਦੋਹਾਂ ਦੀ ਅਲੱਗ ਸੀ। ਇੱਕ ਆਖਦੇ ਸਨ ਖਾਓ ਪੀਓ ਐਸ਼ ਕਰੋ, ਇੱਕ ਆਖਦੇ ਸਨ ਇਸ ਨੂੰ ਸਫਲ ਬਣਾਉਣ ਵਾਸਤੇ ਕੋਈ ਨੇਕੀ ਦਾ ਕੰਮ ਕਰੋ। ਦੇਣਹਾਰ ਦਾਤਾਰ ਨੂੰ ਚੇਤੇ ਰੱਖੋ, ਬੁਰਾਈਆਂ ਤੋਂ ਬਚੋ। ਇਹ ਕੇਵਲ ਖਾਣ ਪੀਣ ਦਾ ਹੀ ਸਮਾਂ ਨਹੀਂ, ਇਹ ਬੜਾ ਕੀਮਤੀ ਵਕਤ ਮਿਲਿਆ ਹੈ। ਸਿਰਜਣਹਾਰ ਨਾਲ ਜੁੜੋ। ਆਖਦੇ ਦੋਨੋਂ ਰਹੇ, ਲੇਕਿਨ ਅਗਾਂਹ ਜੀਵਨ ਦੀ ਦਿਸ਼ਾ ਦੋਹਾਂ ਦੀ ਅਲੱਗ-ਅਲੱਗ ਸੀ। ਇਸ ਸਰੀਰ ਨੂੰ ਵੀ ਅਗਰ ਕੇਵਲ ਇਸੇ ਨਜ਼ਰੀਏ ਤੋਂ ਦੇਖਿਆ ਜਾਏ ਕਿ ਮਿੱਟੀ ਦਾ ਪੁਤਲਾ ਹੈ, 4 ਦਿਨਾਂ ਦਾ ਮਹਿਮਾਨ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, 4 ਦਿਨ ਖਾਓ ਪੀਓ ਐਸ਼ ਕਰੋ। ਗੱਲ ਫਿਰ ਉਹੀ ਹੈ ਕਿ ਇਤਨੀ ਸਮਝ ਹੈ ਕਿ 4 ਦਿਨਾਂ ਦੇ ਮਹਿਮਾਨ, ਲੇਕਿਨ ਇਸ ਸਮੇਂ ਦੀ ਕੀਮਤ ਦਾ ਕੋਈ ਗਿਆਨ ਨਹੀਂ। ਇੱਕ ਦੂਸਰਾ ਪਾਸਾ ਹੈ, ਉਹ ਭਗਤ ਦਾ ਮਾਰਗ ਹੈ। ਆਖਦਾ ਉਹ ਵੀ ਇਹੀ ਹੈ
ਕਿ ਇਸ ਕਾਇਆ ਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ। ਕੋਈ ਭਰੋਸਾ ਨਹੀਂ ਕਿਸ ਵੇਲੇ ਕਾਲ ਆਣ ਦਬਾਏ। ਇਹ ਤਾਂ ਸੱਚ ਹੈ। ਇੱਥੋਂ ਤੱਕ ਤਾਂ ਚਾਰਵਾਕੀਏ ਵੀ ਸਹਿਮਤ ਨੇ। ਲੇਕਿਨ ਨਿਰੰਕਾਰ ਨੇ ਇਹ ਕਾਇਆ ਸਿਰਜੀ ਹੈ, ਜ਼ਰਾ ਇਸ ਦੀ ਅਹਿਮੀਅਤ ਨੂੰ ਵੀ ਪਹਿਚਾਣ। ਇਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਉਸ ਸਿਰਜਣਹਾਰ ਨੇ ਇਹ ਸਿਰਜਣਾ ਐਵੇਂ ਨਹੀਂ ਕਰ ਦਿੱਤੀ। ਅਗਲੇ ਸ਼ਲੋਕ ਅੰਦਰ ਕਬੀਰ ਸਾਹਿਬ ਨੇ ਕਮਾਲ ਕਰ ਦਿੱਤੀ ਹੈ ਉਸ ਸੱਤ ਨੂੰ ਦਿਖਾਉਣ ਵਾਲੀ। ਉਹ ਕਹਿੰਦੇ ਨੇ, ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਸਭ ਤੋਂ ਪਹਿਲੀ ਗੱਲ ਵਿਗਿਆਨਕ ਪੱਖ ਤੋਂ ਦੇਖਿਆ ਜਾਏ ਤਾਂ ਇਹ ਦੇਹ ਇਸ ਜ਼ਮੀਨ ਤੇ, ਇਸ ਪ੍ਰਿਥਵੀ ਤੇ ਹੈ ਜਾਂ ਹੋਰ ਆਕਾਰ ਨੇ ਜੀਵ ਜੰਤੂਆਂ ਦੇ, ਇਹ ਕੁਦਰਤ ਬੜੀ ਆਪਸ ਵਿੱਚ ਕਨੈਕਟਡ ਹੈ। ਅਸੀਂ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਜਦੋਂ ਭਗਤ ਆਖਦੇ ਨੇ ਇਹ ਮਣ ਕੇ ਅਲੱਗ ਅਲੱਗ ਦਿਸਦੇ ਨੇ, ਧਾਗਾ ਸਾਰਿਆਂ ਵਿੱਚ ਇੱਕ ਪਰੋਇਆ ਹੋਇਆ ਹੈ, ਤਾਂ ਉਹਨਾਂ ਦੇ ਆਖਣ ਦਾ ਕੋਈ ਅਰਥ ਹੈ। ਉਹ ਕੇਵਲ ਇਹਨਾਂ ਜੀਵਾਂ ਦੇ ਸੰਬੰਧ ਵਿੱਚ ਹੀ ਨਹੀਂ ਆਖਦੇ, ਪੂਰੀ ਦੀ ਪੂਰੀ ਕੁਦਰਤ ਆਪਸ ਵਿੱਚ ਕਨੈਕਟਡ ਹੈ, ਜੁੜੀ ਹੋਈ ਹੈ। ਕੋਈ ਹੈ ਧਾਗਾ ਉਸ ਮਾਲਕ ਦੀ ਰਜ਼ਾ ਦਾ, ਸ਼ਕਤੀ ਦਾ, ਜਿਸ ਨੇ ਸਭ ਨੂੰ ਪਰੋ ਰੱਖਿਆ ਹੈ, ਆਪਣੇ ਆਪਣੇ ਟਿਕਾਣੇ ਸਿਰ ਟਿਕਾ ਰੱਖਿਆ ਹੈ। ਇਮੈਜਿਨ ਕਰਕੇ ਦੇਖੋ, ਅਗਰ ਸੂਰਜ ਤੇ ਚੰਦਰਮਾ ਨਾ ਹੋਵਣ, ਇਹ ਮਨੁੱਖ ਹੋ ਸਕੇਗਾ? ਬਿਲਕੁਲ ਨਹੀਂ। ਮਨੁੱਖ ਕੀ ਪ੍ਰਿਥਵੀ ਦਾ ਇੱਕ ਵੀ ਜੀਵ ਨਹੀਂ ਹੋ ਸਕਦਾ ਅਗਰ ਸੂਰਜ ਚੰਦਰਮਾ ਨਾ ਹੁੰਦੇ। ਬਾਕੀ ਦੇ ਜੀਵ ਜੰਤੂ, ਪਸ਼ੂ, ਪੰਛੀ, ਇਨਸਾਨਾਂ ਦੀ ਗੱਲ ਤਾਂ ਇੱਕ ਪਾਸੇ, ਇਹ ਬਨਸਪਤੀ ਵੀ ਨਹੀਂ ਸੀ ਹੋ ਸਕਦੀ। ਕਿੱਥੋਂ ਤੱਕ ਅਸੀਂ ਜੁੜੇ ਹੋਏ ਹਾਂ। ਸੂਰਜ ਨਾ ਹੋਵੇ, ਜੀਵਨ ਸਮਾਪਤ ਹੋ ਜਾਏਗਾ। ਚੰਦਰਮਾ ਨਾ ਹੋਵੇ, ਜ਼ਿੰਦਗੀ ਤਾਂ ਵੀ ਚੱਲ ਨਾ ਸਕੇਗੀ। ਬੇਸ਼ੱਕ ਸੂਰਜ ਦਾ ਹੀ ਹਿੱਸਾ ਧਰਤੀ ਨੂੰ ਮੰਨਿਆ ਜਾਂਦਾ ਹੈ, ਚੰਦਰਮਾ ਨੂੰ ਮੰਨਿਆ ਜਾਂਦਾ ਹੈ। ਕਦੀ ਠੰਡੇ ਹੋ ਗਏ, ਅਲੱਗ ਹੋ ਕੇ ਟੁਕੜੇ, ਇਹ ਵਿਗਿਆਨ ਦੀਆਂ ਬਾਤਾਂ ਹਨ। ਲੇਕਿਨ ਉਸ ਕਰਤਾ ਪੁਰਖ ਦੀ ਕੁਦਰਤ ਨੂੰ ਤੱਕ ਕੇ ਆਦਮੀ ਅਸਚਰਜਤਾ ਨਾਲ ਭਰ ਜਾਏਗਾ, ਗੌਰ ਨਾਲ ਦੇਖੇ। ਚੰਦਰਮਾ ਤੋਂ ਆਉਣ ਵਾਲੀ ਰੌਸ਼ਨੀ ਚੰਦਰਮਾ ਦੀ ਆਪਣੀ ਨਹੀਂ, ਰਿਫਲੈਕਸ਼ਨ ਹੈ। ਸੂਰਜ ਦੀ ਰੌਸ਼ਨੀ ਚੰਦਰਮਾ ਤੇ ਪੈਂਦੀ ਹੈ, ਰਿਫਲੈਕਟ ਹੋ ਕੇ ਧਰਤੀ ਤੇ ਆਉਂਦੀ ਹੈ। ਚੰਦਰਮਾ ਤੋਂ ਆਉਣ ਵਾਲੀ ਰੌਸ਼ਨੀ ਨੂੰ ਅਸੀਂ ਚਾਨਣੀ ਆਖਦੇ ਹਾਂ। ਲੇਕਿਨ ਉਸ ਚਾਨਣੀ ਦਾ ਵੀ ਸਾਡੀ ਜ਼ਿੰਦਗੀ ਵਿੱਚ ਬੜਾ ਮਹੱਤਵ ਹੈ, ਥੋੜਾ ਨਹੀਂ। ਫਸਲਾਂ ਫਲਾਂ ਵਿੱਚ ਰਸ ਭਰਨਾ, ਚੰਦਰਮਾ ਨਾ ਹੋਵੇ ਤਾਂ ਕੋਈ ਰਸ ਨਾ ਭਰ ਸਕੇ। ਕਿੰਨੀ ਦੂਰੀ ਤੋਂ ਚੰਦਰਮਾ ਪ੍ਰਿਥਵੀ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ ਕਿ ਸਮੁੰਦਰ ਅਕਸਰ ਪਾਣੀ ਨੀਵੇਂ ਥਾਂ ਹੈ, ਲੇਕਿਨ ਉਸ ਨੂੰ ਵੀ ਕਈ ਫੁੱਟ, ਕਈ ਗਜ਼ਾਂ ਤੱਕ ਪੂਰਨਮਾਸ਼ੀ ਦਾ ਚੰਦਰਮਾ ਉਹ ਤਾਂ ਖਿੱਚ ਲੈਂਦਾ ਹੈ। ਜਵਾਰ ਭਾਟੇ ਆਉਂਦੇ ਨੇ। ਇਸ ਦੇ ਪਿੱਛੇ ਕੋਈ ਕਾਰਨ ਹੈ, ਕੋਈ ਖਿੱਚ ਹੈ। ਜਿਹੜੀ ਖਿੱਚ ਪਾਣੀ ਨੂੰ ਇੰਨੀ ਉਚਾਈ ਤੱਕ ਖਿੱਚ ਸਕਦੀ ਹੈ, ਮਨੁੱਖ ਦੇ ਅੰਦਰ ਤਾਂ 80% ਦੇ ਕਰੀਬ ਪਾਣੀ, ਮੋਟੀ ਗਿਣਤੀ ਵਿੱਚ।
ਕੀ ਮਨੁੱਖ 'ਤੇ ਕੋਈ ਅਸਰ ਨਹੀਂ ਹੁੰਦਾ ਹੋਵੇਗਾ? ਬਲਕਿ ਸਿਆਣੇ ਲੋਕ ਜਿਨ੍ਹਾਂ ਨੇ ਸੁਰਤੀ ਦੇ ਟਿਕਾ ਦੀ ਕੁਝ ਯਾਤਰਾ ਕੀਤੀ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਜਿਸ ਦਿਨ ਚੰਦਰਮਾ ਪੂਰਨ ਤੌਰ 'ਤੇ ਪ੍ਰਿਥਵੀ 'ਤੇ ਪ੍ਰਕਾਸ਼ ਭੇਜਦਾ ਹੈ, ਪੂਰਨਮਾਸ਼ੀ ਜਿਸ ਨੂੰ ਆਖਦੇ ਨੇ, ਬਹੁਤ ਮਨੁੱਖੀ ਕਾਇਆ 'ਤੇ ਹੀ ਨਹੀਂ, ਮਨੁੱਖੀ ਸੁਭਾਅ 'ਤੇ ਵੀ ਇਹਨਾਂ ਕਿਰਨਾਂ ਦਾ ਅਸਰ ਪੈਂਦਾ ਹੈ। ਕੈਮੀਕਲੀ ਤਬਦੀਲੀ ਸਾਡੇ ਅੰਦਰ ਆਉਂਦੀ ਹੈ ਉਸ ਖਿੱਚ ਦੇ ਕਾਰਨ। ਕਵੀ ਚੰਗੀ ਕਵਿਤਾ ਲਿਖ ਸਕਦਾ ਹੈ। ਜੇ ਤੁਸੀਂ ਇਸ ਰਾਤ ਨੂੰ ਭਗਤੀ ਦੇ ਰਾਹ 'ਤੇ ਲਾਓ, ਬਿਰਤੀ ਜੋੜਨ ਵਿੱਚ ਆਸਾਨੀ ਰਹੇਗੀ। ਉਹੀ ਖਿੱਚ ਤੁਹਾਨੂੰ ਹੈਲਪ ਕਰੇਗੀ ਸੁਰਤ ਜੋੜਨ ਵਾਸਤੇ। ਇੱਕ ਅਮਾਵਸ ਦੀ ਰਾਤ ਹੈ, ਜਦ ਚੰਦਰਮਾ ਬਿਲਕੁਲ ਦਿਖਾਈ ਨਹੀਂ ਦਿੰਦਾ, ਕਿਰਨ ਕੋਈ ਸਿੱਧੇ ਰੂਪ ਵਿੱਚ ਆਉਂਦੀ ਨਹੀਂ। ਉਸ ਦਿਨ ਇਸ ਖਿੱਚ ਦਾ ਪ੍ਰਭਾਵ ਸਭ ਤੋਂ ਘੱਟ ਹੁੰਦਾ ਹੈ। ਹਨੇਰੀ ਰਾਤ ਵਿੱਚ ਮਨੁੱਖ ਅੰਦਰਲੇ ਹਨੇਰੇ ਵਿੱਚ ਵੀ ਆਸਾਨੀ ਨਾਲ ਡਿੱਗ ਸਕਦਾ ਹੈ। ਸਿਆਣੇ ਲੋਕ ਅਮਾਵਸ ਦੀ ਰਾਤ ਵੀ ਬੰਦਗੀ ਵਾਲੇ ਪਾਸੇ ਨੂੰ ਉਚੇਚ ਕਰਕੇ ਲੱਗਦੇ ਰਹੇ, ਕੋਈ ਬੁਰਾਈ ਨਾ ਮਨ ਵਿੱਚ ਪੈਦਾ ਹੋਵੇ। ਪਰ ਇਹ ਬੜੀ ਸੂਖਮ ਦੁਨੀਆ ਹੈ। ਇਹ ਧਾਰਮਿਕ ਫੀਲਡ ਦੀ ਪ੍ਰੈਕਟਿਸ ਕਰਨ ਵਾਲੇ ਲੋਕ ਹੀ ਇਸ ਗੱਲ ਨੂੰ ਜਾਣਦੇ ਹਨ ਕਿ ਬੰਦਗੀਵਾਨ ਲੋਕ ਪੂਰਨਮਾਸ਼ੀ ਤੇ ਅਮਾਵਸ ਦੀ ਰਾਤ ਦਾ ਇਉਂ ਕਿਉਂ ਇਸਤੇਮਾਲ ਕਰਦੇ ਸਨ। ਇਹ ਕੋਈ ਪੂਰਨਮਾਸ਼ੀ ਮਨਾਉਣ ਦੀ ਗੱਲ ਨਹੀਂ, ਰੁੱਸੀ ਹੋਈ ਨਹੀਂ ਹੈ ਪੂਰਨਮਾਸ਼ੀ, ਨਾ ਮੱਸਿਆ। ਲੇਕਿਨ ਪੂਰਨਮਾਸ਼ੀ ਦੀ ਰਾਤ ਚੰਦਰਮਾ ਵੀ ਸਹਿਯੋਗੀ ਬਣਦਾ ਹੈ। ਉਸ ਦੀ ਖਿੱਚ ਵੀ ਸੁਰਤੀ ਨੂੰ ਟਿਕਾਉਣ ਵਿੱਚ ਮਦਦਗਾਰ ਬਣਦੀ ਹੈ। ਬੜੀ ਦੂਰ ਤੇ ਚੰਦਰਮਾ ਫਸਲਾਂ ਵਿੱਚ ਰਸ ਭਰ ਦੇਵੇ। ਇਹ ਕਰਤਾ ਪੁਰਖ ਦੀ ਕਰਾਮਾਤ ਨਹੀਂ ਤਾਂ ਹੋਰ ਕੀ ਹੈ। ਸੂਰਜ ਨਾ ਹੋਵੇ, ਇਹ ਬਨਸਪਤੀ ਰਹਿ ਸਕੇਗੀ? ਅਸੀਂ ਬਚ ਸਕਾਂਗੇ? ਕੁਝ ਵੀ ਨਾ ਬਚੇਗਾ। ਅਗਰ ਸੂਰਜ ਹੀ ਨਾ ਰਹੇ ਤਾਂ ਪ੍ਰਿਥਵੀ ਦਾ ਜੀਵਨ ਸਮਾਪਤ ਹੋ ਜਾਏ, ਚੰਦਰਮਾ ਵੀ ਚਾਨਣੀ ਨਾ ਭੇਜ ਸਕੇ। ਨਿਰੰਕਾਰ ਦਾ ਇੰਤਜ਼ਾਮ ਬੜਾ ਮਹਾਨ ਹੈ। ਇਹ ਸਭ ਆਕਾਰ ਨੇ ਚੱਲ ਰਹੇ ਜ਼ਿੰਦਗੀ ਦੀ ਰੌਂ ਦੌੜ ਰਹੀ ਹੈ। ਇਸ ਵਿੱਚ ਪਰਮਾਤਮਾ ਨੇ ਸੂਰਜ ਚੰਦਰਮਾ ਦੇ ਉਦੈ ਹੋਣ ਦਾ ਹੱਥ ਵੀ ਭਰਿਆ ਹੈ, ਵਿਗਿਆਨਕ ਪੱਖ ਤੋਂ ਵੀ। ਅੰਦਰੂਨੀ ਜ਼ਿੰਦਗੀ ਵਿੱਚ ਵੀ ਦੋਹਾਂ ਦਾ ਕੋਈ ਰੋਲ ਹੈ। ਕਬੀਰ ਸਾਹਿਬ ਕਹਿੰਦੇ ਨੇ, ਜਿਵੇਂ ਬਾਹਰ ਦੀ ਦੁਨੀਆ ਵਿੱਚ ਸੂਰਜ ਚੰਦਰਮਾ ਦਾ ਰੋਲ ਹੈ ਜ਼ਿੰਦਗੀ ਨੂੰ ਚਲਾਉਣ ਵਿੱਚ, ਇਉਂ ਹੀ ਗੁਰੂ ਅਤੇ ਗੋਬਿੰਦ ਦਾ ਰੋਲ ਹੈ ਅੰਦਰਲੀ ਜ਼ਿੰਦਗੀ ਵਿੱਚ ਵਿਸ਼ੇਸ਼ ਤੌਰ 'ਤੇ। ਕਬੀਰ ਜੀ ਦੇ ਬਚਨ ਹਨ, ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਇਸ ਤੋਂ ਪਹਿਲੇ ਸ਼ਲੋਕ ਵਿੱਚ ਕਬੀਰ ਜੀ ਨੇ ਆਖਿਆ ਸੀ ਕਿ ਜਿਹੜੀ ਬਾਹਰੂਨੀ, ਬਾਹਰ ਦੀ ਸਚਾਈ ਹੈ ਉਹ ਇਹੀ ਹੈ ਕਿ 4 ਦਿਨ ਇਹ ਕਾਇਆ ਦੀ ਨਗਰੀ ਦਿਖਾਈ ਦਿੰਦੀ ਏ, ਅੰਤ ਖੇ ਹੋ ਜਾਏਗੀ। ਲੇਕਿਨ ਨਿਰਾਸ਼ਾ ਵਿੱਚ ਨਾ ਕੋਈ ਪੈ ਜਾਏ। ਕਬੀਰ ਜੀ ਨੇ ਅਗਾਂਹ ਹੋਰ ਗਹਿਰਾਈ ਸਾਨੂੰ ਬਖਸ਼ੀ ਕਿ ਸਰੀਰ ਤਾਂ ਖੇ ਹੋਵੇਗਾ ਇੱਕ ਦਿਨ, ਪਰ ਇਸ ਨੂੰ ਬਹੁਤ ਕੀਮਤੀ ਸਮਝੋ, ਇਹ ਬੇਕਾਰ ਨਹੀਂ ਹੈ। ਇਸ ਦਾ ਲਾਹਾ ਲਿਆ ਜਾ ਸਕਦਾ ਹੈ, ਪਰ ਜੇ 2 ਗੱਲਾਂ ਨਾ ਕਰ ਸਕੇ ਤਾਂ ਫਿਰ ਇਹ ਖੇ ਹੀ ਹੈ। ਖੇ ਨੇ ਆਖਰ ਖੇ ਹੋ ਜਾਣਾ। ਦੇਹ ਪ੍ਰਾਪਤ ਕੀਤੀ ਤਾਂ ਜਾਣਿਓ, ਜੇ ਇਹ ਕੰਮ ਕਰ ਲਿਆ ਗੁਰ ਗੋਬਿੰਦ ਦਾ ਮਿਲਾਪ, ਉਸ ਤੋਂ ਬਿਨਾਂ ਤੁਸੀਂ ਹੁਣ ਵੀ ਆਪਣੇ ਆਪ ਨੂੰ ਜ਼ਿੰਦਾ ਨਾ ਸਮਝੋ। ਸੋ ਜੀਵਿਆ ਜਿਸ ਮਨ ਵਸਿਆ ਸੋਏ,
ਨਾਨਕ ਅਵਰ ਨਾ ਜੀਵੈ ਕੋਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਮੋਲਕ ਫਰਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗਾਥਾ ਵਿੱਚ ਲਿਖਿਆ, ਕਹਿੰਦੇ ਨੇ ਮਰਣੰ ਵਿਸਰਣੰ ਗੋਬਿੰਦੈ। ਜੇ ਇਹ ਜੀਵਨ ਦੇਣ ਵਾਲੇ ਗੋਬਿੰਦ ਤੋਂ ਟੁੱਟ ਕੇ ਬਿਤਾ ਰਿਹਾ ਤੇ ਮੌਤ ਹੀ ਹੈ। ਇਹ ਜੀਵਨ ਨਹੀਂ। ਜੀਵਨੰ ਹਰਿ ਨਾਮ ਧਿਆਵਣੈ। ਜੇ ਧਿਆਨ ਪ੍ਰਭੂ ਵੱਲ ਬਣ ਜਾਏ, ਉਸ ਦੇ ਨਾਮ ਵੱਲ ਸੁਰਤ ਬਣ ਜਾਏ, ਤਾਂ ਇਹ ਜੀਵਨ ਹੈ। ਗੁਰ ਗੋਬਿੰਦ ਦੇ ਮਿਲਾਪ ਤੋਂ ਬਿਨਾ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਸੂਰਜ ਚੰਦਰਮਾ ਕਿਵੇਂ ਨੇ? ਚੰਦਰਮਾ ਦਾ ਕੋਈ ਦਾਵਾ ਨਹੀਂ ਕਿ ਇਹ ਚਾਨਣ ਮੇਰਾ ਹੈ। ਕਦੀ ਗੌਰ ਕਰਕੇ ਦੇਖਿਆ? ਅਸੀਂ ਗੁਰੂ ਗਿਆਨ ਆਖਦੇ ਹਾਂ, ਪਰ ਗੁਰੂ ਇਹ ਦਾਵਾ ਨਹੀਂ ਕਰਦਾ ਕਿ ਗਿਆਨ ਮੇਰਾ ਹੈ। ਗੁਰੂ ਬਾਰ-ਬਾਰ ਆਖਦਾ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਨਿਰੰਕਾਰ ਦਾ ਚਾਨਣ ਹੈ, ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਗੁਰੂ ਠੰਡਕ ਪਹੁੰਚਾਉਂਦਾ ਹੈ। ਚੰਦਰਮਾ ਤੋਂ ਆਉਣ ਵਾਲੀ ਚਾਨਣੀ ਰਸ ਭਰ ਦਿੰਦੀ ਹੈ ਜੀਵਨ ਵਿੱਚ। ਪਰ ਆਮ ਤੌਰ ਤੇ ਜਦ ਚੰਦਰਮਾ ਪੂਰਨ ਦਿਖਦਾ ਹੈ, ਚੰਦਰਮਾ ਨੂੰ ਅਸੀਂ ਦੇਖਦੇ ਹਾਂ, ਰਾਤ ਹੈ, ਰਾਤ ਦੇ ਵਕਤ ਸੂਰਜ ਦਿਖਾਈ ਨਹੀਂ ਦਿੰਦਾ। ਸੂਰਜ ਦਿਖਾਈ ਦਿੰਦਾ ਤਾਂ ਦਿਨ ਬਣ ਜਾਂਦਾ। ਰਾਤ ਹਨੇਰੀ ਹੈ, ਪਰ ਨਿਰੰਕਾਰ ਦੀ ਕਿਰਪਾ ਹੈ ਕਿ ਚੰਦਰਮਾ ਤੋਂ ਚਾਨਣੀ ਆ ਰਹੀ ਹੈ, ਕੋਈ ਲਾਹਾ ਲੈ ਸਕਦਾ ਹੈ। ਇਉਂ ਹੀ ਅਗਿਆਨਤਾ ਦੇ ਹਨੇਰੇ ਵਿੱਚ ਇਹ ਸੰਸਾਰ ਵਿਚਰ ਰਿਹਾ ਹੈ। ਚਾਰ ਚਫੇਰੇ ਅੰਧੇਰ ਪਸਰਿਆ ਹੋਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕਹੇ ਨੇ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਐਸੀ ਹਾਲਤ ਸੀ। ਪਰ ਜਦ ਪੂਰਾ ਗੁਰੂ ਇਸ ਸੰਸਾਰ ਵਿੱਚ ਵਿਚਰਦਾ ਹੈ, ਤਾਂ ਉਹ ਚਾਨਣ, ਰੱਬੀ ਚਾਨਣ ਸੰਸਾਰ ਨੂੰ ਵੰਡਦਾ ਹੈ, ਤਾਂ ਪੂਰਨਮਾਸ਼ੀ ਬਣਾ ਦਿੰਦਾ ਹੈ। ਦੁਨੀਆ ਅੰਦਰ ਤਪਦੇ ਹਿਰਦਿਆਂ ਨੂੰ ਵੀ ਠੰਡ ਬਖਸ਼ਦਾ ਹੈ। ਤਪ ਰਹੇ ਸਨ ਹਿਰਦੇ। ਪੂਰੇ ਗੁਰੂ ਰਾਹੀਂ ਰੱਬੀ ਗਿਆਨ ਸੰਸਾਰ ਤੇ ਆਇਆ। ਬਲ ਤੋਂ ਜਲ ਤੋਂ ਤੋਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਨੇ ਨਿਰਮਲ ਚੰਦਨ ਛਿੜਕਾ ਦਿੱਤਾ। ਤਪਦੇ ਹਿਰਦਿਆਂ ਨੂੰ ਬਾਣੀ ਠੰਡ ਪਾਉਂਦੀ ਹੈ। ਗੁਰੂ ਰਾਹੀਂ ਰੱਬੀ ਗਿਆਨ ਸੰਸਾਰ ਤੇ ਆਉਂਦਾ ਹੈ, ਸ਼ਾਂਤੀ ਬਖਸ਼ਦਾ ਹੈ। ਜੋ ਮਨੁੱਖ ਇਸ ਗਿਆਨ ਦੇ ਨਾਲ ਜੁੜ ਜਾਂਦਾ ਹੈ, ਉਸ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਉਹ ਅੰਧੇਰਾ ਫਿਰ ਕੇਵਲ ਚਮਕਦੀ ਰਾਤ ਹੀ ਨਹੀਂ ਰਹਿ ਜਾਂਦਾ, ਦਿਨ ਵਿੱਚ ਤਬਦੀਲ ਹੋ ਜਾਂਦਾ ਹੈ। ਫਿਰ ਨਿਰੰਕਾਰ ਨਾਲ ਵੀ ਸੰਬੰਧ ਬਣ ਗਿਆ। ਜਿਸ ਦਾ ਚੰਦਰਮਾ ਨਾਲ ਸੰਬੰਧ ਬਣ ਜਾਏਗਾ, ਉਸ ਨੂੰ ਸਮਝ ਪੈ ਜਾਏਗੀ ਚਾਨਣ ਦੇ ਉਸ ਸਰੋਤ ਦੀ ਜਿੱਥੋਂ ਇਹ ਰੌਸ਼ਨੀ ਆ ਰਹੀ ਹੈ। ਗੁਰੂ ਨਾਲ ਜੁੜੋਗੇ, ਪਰਮੇਸ਼ਰ ਨਾਲ ਜੁੜ ਜਾਓਗੇ। ਗੁਰੂ ਦਾ ਮਿਲਾਪ ਗੋਬਿੰਦ ਦਾ ਮਿਲਾਪ ਕਰਾ ਦੇਣ ਦੇ ਸਮਰੱਥ ਹੈ। ਉੱਥੇ ਨਿੱਘ ਹੈ, ਸੀਤਲਤਾ ਵੀ, ਨਿੱਘ ਵੀ। ਕੈਸਾ ਸੁਮੇਲ ਹੈ ਇਹ ਸੇਕ ਉਹ ਨਹੀਂ ਜੋ ਸਾੜ ਦੇਵੇ, ਤਪਸ਼ ਪਹੁੰਚਾਏ। ਨਿੱਘ ਜ਼ਰੂਰ ਦਿੰਦਾ ਹੈ। ਸੀਤਲਤਾ ਉਹ ਹੈ ਜੋ ਪਾਣੀ ਨੂੰ ਗੜਾ ਨਹੀਂ ਬਣਾ ਦਿੰਦੀ, ਪਰ ਕੋਈ ਪਿਆਸਾ ਜਲ ਪੀਵੇ ਤੇ ਉਸ ਨੂੰ ਠੰਡਕ ਵੀ ਦੇਵੇ। ਗੁਰੂ ਪਰਮੇਸ਼ਰ ਦਾ ਸੰਸਾਰ ਵਿੱਚ ਇਹ ਰੋਲ ਹੈ।
ਅਗਰ ਗੁਰੂ ਤੇ ਗੋਬਿੰਦ ਦਾ ਮਿਲਾਪ ਨਾ ਕੋਈ ਵਿਅਕਤੀ ਕਰ ਸਕੇ, ਨਾ ਗੁਰੂ ਨਾਲ ਜੁੜੇ, ਨਾ ਪਰਮੇਸ਼ਰ ਨਾਲ ਜੁੜੇ, ਤਾਂ ਫਿਰ ਕਬੀਰ ਜੀ ਕਹਿੰਦੇ ਨੇ ਫਿਰ ਤਾਂ ਭਾਈ ਪਲਟ ਪਈ ਸਭ ਖੇ। ਸਰੀਰ ਦੇ ਆਕਾਰ ਨੇ ਮਿਟਣਾ ਹੈ, ਇਹਨੇ ਤਾਂ ਰਾਖ ਬਣਨਾ ਹੀ ਹੈ, ਪਰ ਜਿੰਨਾ ਚਿਰ ਤੂੰ ਜੀਵਿਆ ਵੀ ਉਹ ਵੀ ਰਾਖ ਹੀ ਬਣਾ ਰੱਖਿਆ, ਸਮਾਂ ਵੀ ਬਰਬਾਦ ਕਰ ਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਫਰਮਾਏ ਨੇ, ਉਹ ਕਹਿੰਦੇ ਨੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਭੁਜ ਕਾਮ ਨਾਹੀ। ਜਿਸ ਗਊ ਨੇ ਸਾਰੀ ਉਮਰ ਦੁੱਧ ਨਹੀਂ ਦੇਣਾ, ਉਹ ਗਊ ਕਾਦੀ, ਕਿਸ ਕੰਮ ਹੈ। ਜਿਸ ਨੂੰ ਅਸੀਂ ਪੰਛੀ ਆਖਦੇ ਹਾਂ, ਪੰਖੇਰੂ ਆਖਦੇ ਹਾਂ, ਪੰਖ ਉਹਦੇ ਹੈ ਕੋਈ ਨਹੀਂ, ਉਹ ਕਾਹਦਾ ਪੰਛੀ ਹੈ, ਕੀ ਉਡਾਰੀ ਭਰੇਗਾ। ਪਾਣੀ ਬਿਨ ਬ੍ਰਿਛ ਬੂਟੇ ਕਿਵੇਂ ਹੋਣਗੇ। ਅਖਵਾਏ ਸੁਲਤਾਨ ਸਮਰਾਟ ਤੇ ਕੋਈ ਉਹਨੂੰ ਨਮਸਕਾਰ ਵੀ ਨਾ ਕਰੇ, ਸਲਾਮ ਵੀ ਨਾ ਕਰੇ, ਕਾਹਦਾ ਸੁਲਤਾਨ ਹੈ। ਉਹ ਹਿਰਦਾ ਅੰਧੀ ਕੋਠੀ ਹੈ ਜਿੱਥੇ ਪ੍ਰਭੂ ਦਾ ਨਾਮ ਨਹੀਂ ਹੈ। ਇਹ ਕਾਇਆ ਨੂੰ ਸਫਲ ਬਣਾਉਣ ਦੀ ਜੁਗਤ ਸਿੱਖਣੀ ਪਵੇਗੀ। ਜਿਤਨੀ ਦੇਰ ਉਸ ਪੱਖ ਤੋਂ ਅਸੀਂ ਅਣਜਾਣ ਹਾਂ, ਓਨੀ ਦੇਰ ਇਹ ਰਾਖ ਦੀ ਢੇਰੀ ਹੀ ਹੈ, ਇਸ ਤੋਂ ਵੱਧ ਕੋਈ ਕੀਮਤ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੂਰਜ ਚਾਂਦ ਕੈ ਉਹਦਾ ਭਈ ਸਭ ਦੇਹ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਇੱਥੇ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਭਗਤ ਕਬੀਰ ਜੀ ਦੇ ਬਚਨਾਂ ਤੋਂ ਇਹ ਸੇਧ ਲੈ ਸਕੀਏ ਕਿ ਗੁਰੂ ਨਾਲ ਮਿਲਾਪ ਬਣਾਉਣਾ ਹੈ, ਗੁਰੂ ਦੀ ਮੱਤ ਲੈਣੀ ਹੈ, ਗੋਬਿੰਦ ਨਾਲ ਮਿਲਣਾ ਹੈ, ਤਾਂ ਹੀ ਇਸ ਮਨੁੱਖਾ ਜੀਵਨ ਦਾ ਕੋਈ ਲਾਹਾ ਅਸੀਂ ਖੱਟ ਸਕਦੇ ਹਾਂ, ਤਾਂ ਹੀ ਇਹ ਕਾਇਆ ਸਫਲੀ ਹੈ। ਉਸ ਤੋਂ ਬਗੈਰ ਇਹ ਮਿੱਟੀ ਦੀ ਢੇਰੀ ਹੀ ਹੈ, ਇਸ ਤੋਂ ਵੱਧ ਕੋਈ ਮੁੱਲ ਨਹੀਂ। ਇਸ ਤੋਂ ਅਗਲੇ ਸ਼ਲੋਕ ਅੰਦਰ ਕਬੀਰ ਸਾਹਿਬ ਬਚਨ ਕਰਦੇ ਹਨ, ਜਹ ਅਨਭਉ ਤਹ ਭੈ ਨਹੀਂ, ਜਹ ਭਉ ਤਹ ਹਰਿ ਨਾਹੀਂ। ਕਹਿਓ ਕਬੀਰ ਵਿਚਾਰ ਕੈ, ਸੰਤ ਸੁਨੋ ਮਨ ਮਾਹੇ। ਜਿਹੜਾ ਪੂਰਨ ਪੁਰਸ਼ਾਂ ਦਾ ਬਚਨ ਸੁਣਦਾ ਹੈ, ਜ਼ਰੂਰ ਸੰਤ ਬਿਰਤੀ ਵਾਲਾ ਹੀ ਹੈ। ਬਚਨ ਪੱਲੇ ਬੰਨ ਲਿਆ ਤੇ ਪੂਰਨ ਰੂਪ ਵਿੱਚ ਸੰਤ ਬਣ ਜਾਏਗਾ। ਇਸ ਲਈ ਸਤਿਗੁਰੂ ਜੀ, ਭਗਤ ਜਨ ਵੀ ਇਸ ਮਨੁੱਖ ਨੂੰ ਬੜੇ ਸਤਿਕਾਰਯੋਗ ਸ਼ਬਦ ਨਾਲ ਸੰਬੋਧਨ ਕਰਦੇ ਨੇ। ਸਤਿਗੁਰੂ ਕਹਿੰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਜਿੰਨੀ ਦੇਰ ਮਨ ਅੰਦਰ ਮਾਨ ਹੈ, ਅਸੀਂ ਆਖਾਂਗੇ ਇਹਨਾਂ ਨੂੰ ਸਾਧੋ ਕਿਵੇਂ ਆਖ ਦਿੱਤਾ, ਸਾਡੀ ਆਪਣੀ ਦਲੀਲ ਹੈ। ਪਰ ਸਤਿਗੁਰੂ ਦੇਖਦੇ ਹਨ ਮਾਨ ਤਿਆਗ ਦਿੱਤਾ ਤਾਂ ਆਪੇ ਸਾਧ ਨੇ। ਕਬੀਰ ਜੀ ਕਹਿੰਦੇ ਨੇ, ਸੰਤ ਸੁਨੋ ਮਨ ਮਾਹੇ। ਇਹ ਸੰਤ ਜਨੋ ਧਿਆਨ ਲਾ ਕੇ ਮੇਰੀ ਗੱਲ ਸੁਣੋ ਤੇ ਇਹਨੂੰ ਮਨ ਵਿੱਚ ਵਸਾ ਲਿਓ। ਕੀ ਮੈਂ ਬਹੁਤ ਵਿਚਾਰ ਕੇ ਕਹਿ ਰਿਹਾ ਹਾਂ। ਕਹਿਓ ਕਬੀਰ ਵਿਚਾਰ ਕਹਿ, ਸੰਤ ਸੁਨੋ ਮਨ ਮਾਹੇ। ਕੀ ਵਿਚਾਰ ਕਰਕੇ ਕਹਿ ਰਹੇ ਹਨ ਕਬੀਰ ਜੀ? ਕਹਿੰਦੇ ਨੇ, ਜਿਸ ਹਿਰਦੇ ਵਿੱਚ ਵੀ ਜਹ ਅਨਭਉ ਤਹ ਭੈ ਨਹੀਂ। ਜਿਸ ਮਨੁੱਖ ਦੇ ਹਿਰਦੇ ਵਿੱਚ ਅੰਦਰਲੀ ਸੋਝੀ ਆ ਗਈ, ਜੀਵਨ ਦਾ ਰਾਹ ਜਿਸ ਨੂੰ ਸਮਝ ਵਿੱਚ ਆ ਗਿਆ, ਪਹਿਲੀ ਗੱਲ ਇਹ ਪੱਲੇ ਬੰਨ੍ਹ ਲਈ ਉਸਨੇ ਕਿ ਇਹ ਦਿਵਸ ਚਾਰ ਕੋ ਪੇਖਣਾ ਦੀ ਕਹਾਣੀ ਹੈ, ਭਰੋਸਾ ਕੋਈ ਨਹੀਂ ਕਦ ਜੀਵਨ ਦੀ ਰੌਂ ਸਮਾਪਤ ਹੋ ਜਾਏਗੀ, ਸਰੀਰ ਮਿਟੇਗਾ। ਪਹਿਲੀ ਗੱਲ ਇਹ ਸਮਝ ਆ ਗਈ। ਦੂਜੀ ਇਹ ਸਮਝ ਆ ਗਈ ਕਿ ਭਾਵੇਂ ਲੰਮਾ ਸਮਾਂ ਵੀ ਜੀਵੇ,
ਜੇ ਗੁਰ ਗੋਬਿੰਦ ਤੋਂ ਟੁੱਟੀ ਹੋਈ ਏ ਕਾਇਆ ਤਾਂ ਵੀ ਕਿਸੇ ਅਰਥ ਨਹੀਂ ਖੇ ਹੈ। ਤੇ ਫਿਰ ਗੁਰੂ ਦੀ ਮੱਤ ਪੱਲੇ ਬੰਨ ਗੋਬਿੰਦ ਨਾਲ ਮਿਲ ਗਈ, ਅਨੁਭਵ ਹੋ ਗਿਆ। ਅੰਦਰਲੀ ਸਮਝ ਜਿਸ ਨੂੰ, ਜੀਵਨ ਦੇ ਸਹੀ ਰਾਹ ਦੀ ਸਮਝ ਜਿਸ ਨੂੰ ਪੈ ਗਈ, ਉਸ ਦੀ ਜ਼ਿੰਦਗੀ ਵਿੱਚ ਭਉ ਨਹੀਂ ਹੁੰਦਾ। ਭਉ ਦਾ ਮਤਲਬ ਹੈ ਡਰ। ਉੱਥੇ ਰੱਬੀ ਭਾਉ ਹੈ, ਦੁਨੀਆ ਦਾ ਭਉ ਨਹੀਂ। ਕਹੋ ਕਬੀਰ ਸੁਖ ਸਹਿਜ ਸਮਾਵੋਂ, ਆਪ ਨ ਡਰੋ ਨ ਅਵਰ ਡਰਾਵੋਂ। ਨਾ ਭਗਤ ਕਿਸੇ ਨੂੰ ਡਰਾਉਂਦਾ ਹੈ, ਨਾ ਕਿਸੇ ਪਾਸੋਂ ਡਰਦਾ ਹੈ। ਉਸ ਨੂੰ ਪਤਾ ਹੈ ਜ਼ਿੰਦਗੀ ਦੀ ਦਾਤ ਮਾਲਕ ਦੇ ਹੱਥ। ਜਿੰਨਾ ਚਿਰ ਜੀਵਿਆਂ ਉਹ ਠੀਕ ਸਿਧਾਂਤ ਤੇ ਜੀਵਿਆਂ, ਲੰਮੀ ਉਮਰ ਤਾਂ ਸੱਪ ਵੀ ਬਥੇਰੀ ਬਿਤਾ ਲੈਂਦਾ ਹੈ। ਕਿਸ ਅਰਥ ਹੈ ਦੁੱਧ ਪੀ ਕੇ ਜ਼ਹਿਰ ਉਗਲਦਾ। ਫੁੱਲ ਭਾਵੇਂ ਇੱਕ ਦਿਨ ਦਾ ਮਹਿਮਾਨ ਹੋਵੇ, ਪਰ ਖੁਸ਼ਬੂਆਂ ਵੰਡਦਾ ਹੈ, ਖੂਬਸੂਰਤੀ ਵੰਡਦਾ ਹੈ, ਕੋਮਲਤਾ ਦਾ ਸਬਕ ਦਿੰਦਾ ਹੈ। ਉਸ ਦਾ ਕੋਈ ਅਰਥ ਹੈ। ਭਗਤ ਨੂੰ ਨਾ ਮੌਤ ਦਾ ਡਰ ਹੈ, ਨਾ ਕਿਸੇ ਪ੍ਰਕਾਰ ਦਾ ਹੋਰ ਭਉ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਫਰਮਾਇਆ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹ ਹੈ ਗਿਆਨਵਾਨ ਪੁਰਸ਼। ਨਾ ਭਉ ਦਿੰਦਾ ਹੈ ਕਿਸੇ ਨੂੰ, ਨਾ ਕਿਸੇ ਦੇ ਭਉ ਵਿੱਚ ਆਉਂਦਾ ਹੈ। ਜੋ ਗੱਲਾਂ ਤਾਂ ਕਰੇ ਅਸਮਾਨ ਦੀ ਉਚਾਈ ਦੀਆਂ, ਤੇ ਥੋੜ੍ਹਾ ਜਿਹਾ ਦਿਖਾਈ ਦੇਵੇ ਖਤਰਾ, ਤੇ ਫਿਰ ਭੱਜਦਿਆਂ ਪਤਾ ਨਾ ਲੱਗੇ। ਇਸ ਦਾ ਮਤਲਬ ਹੈ ਗਿਆਨ ਕੋਈ ਨਹੀਂ, ਗੱਲਾਂ ਨੇ। ਜਹ ਅਨਭਉ ਤਹ ਭੈ ਨਹੀਂ। ਕਬੀਰ ਜੀ ਨੂੰ ਸਮੇਂ ਦਾ ਸੁਲਤਾਨ ਡਰਾ ਨਹੀਂ ਸਕਿਆ। ਸਿਕੰਦਰ ਲੋਧੀ ਜ਼ੋਰ ਲਾ ਥੱਕਾ। ਨਾਮਦੇਵ ਜੀ ਨੂੰ ਸਮੇਂ ਦਾ ਸੁਲਤਾਨ ਕੋਈ ਡਰਾ ਥੋੜੀ ਸਕਿਆ। ਕਿਸੇ ਦੇ ਭਉ ਵਿੱਚ ਕਦੀ ਭਗਤ ਨਹੀਂ ਆਉਂਦਾ। ਇਹ ਅਨੁਭਵੀ ਹੈ, ਇਸ ਲਈ ਇਸ ਦੇ ਅੰਦਰ ਭਉ ਨਹੀਂ ਕਦੀ ਵੀ ਆਏਗਾ। ਜਹ ਅਨਭਉ ਤਹ ਭੈ ਨਹੀਂ, ਜਹ ਭਉ ਤਹ ਹਰਨਾ ਹੈ। ਤੇ ਜਿੱਥੇ ਦਿਖਾਈ ਦੇਵੇ ਆਦਮੀ ਭਉ ਵਿੱਚ ਵਿਚਰਦਾ ਹੈ, ਦੁਨੀਆ ਦੇ ਡਰ ਫਿਕਰਾਂ ਵਿੱਚ ਹੀ ਪਿਆ ਹੋਇਆ ਹੈ, ਸਹਿਮਾਂ ਵਿੱਚ ਪਿਆ ਹੈ, ਸੰਸਿਆਂ 'ਚ ਪਿਆ ਹੈ, ਪੱਕਾ ਜਾਣਨਾ ਉਸ ਹਿਰਦੇ ਵਿੱਚ ਹਰੀ ਦਾ ਕੋਈ ਅਨੁਭਵ ਨਹੀਂ। ਕਹਿਓ ਕਬੀਰ ਵਿਚਾਰ ਕੈ, ਸੰਤ ਸੁਨੋ ਮਨ ਮਾਹੇ। ਕਬੀਰ ਜੀ ਕਹਿੰਦੇ ਨੇ, ਮੈਂ ਇਹ ਬਹੁਤ ਵਿਚਾਰ ਕੇ ਗੱਲ ਤੁਹਾਨੂੰ ਸਮਝਾ ਰਿਹਾ ਹਾਂ ਸੰਤ ਜਨੋ। ਜਿਸ ਮਨੁੱਖ ਦੇ ਅੰਦਰ ਸੰਸੇ ਕਠੋਰਤਾ ਬਣੀ ਹੋਈ ਹੈ ਤੇ ਹਰ ਵੇਲੇ ਭਉ ਵਿੱਚ ਵਿਚਰਦਾ ਹੈ, ਉਸ ਮਨੁੱਖ ਨੂੰ ਅਜੇ ਰੱਬ ਦਾ ਅਨੁਭਵ ਨਹੀਂ। ਤੇ ਜਿਸ ਨੂੰ ਰੱਬੀ ਅਨੁਭਵ ਹੋ ਗਿਆ, ਉਹ ਇਹਨਾਂ ਸੰਸਿਆਂ ਤੋਂ ਉੱਪਰ ਉੱਠ ਜਾਂਦਾ ਹੈ। ਕਬੀਰ ਜਿਨਹੁ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਹਮਹੁ ਜੋ ਬੂਝਾ ਬੂਝਣਾ, ਪੂਰੀ ਪਰੀ ਬਲਾਏ। ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਜੀਵਨ ਦੀ, ਜ਼ਿੰਦਗੀ ਦੀ ਇਸ ਰਮਜ਼ ਨੂੰ ਜਾਣਿਆ ਨਹੀਂ ਕਿ ਜੀਵਨ ਮਿਲਿਆ ਕਿਸ ਲਈ ਹੈ, ਸਫਲ ਕਿੰਝ ਬਣਾਉਣਾ ਹੈ, ਮਾਲਕ ਦਾ ਧਿਆਨ ਹੀ ਨਾ ਆਇਆ। ਉਹ ਵਿਚਰਦੇ ਤਾਂ ਸੰਸਾਰ ਦੇ ਸੰਸਿਆਂ ਵਿੱਚ ਨੇ, ਪਰ ਗਫਲਤ ਦੀ ਨੀਂਦ ਵਿੱਚ ਇਉਂ ਹੀ ਪਏ ਨੇ, ਬੇਪਰਵਾਹ, ਜਿਵੇਂ ਕੋਈ ਸੁੱਖ ਨਾਲ ਹੀ ਪਿਆ ਹੋਵੇ। ਮੈਂ ਜਦੋਂ ਤੋਂ ਅਸਲੀ ਗੱਲ ਨੂੰ ਸਮਝਿਆ ਗੁਰੂ ਦੀ ਕਿਰਪਾ ਨਾਲ ਕਿ ਜਹ ਅਨਭਉ ਤਹ ਭੈ ਨਹੀਂ, ਇਸ ਪਾਸੇ ਦਾ ਧਿਆਨ ਜਦੋਂ ਦਾ ਬਣਿਆ, ਪੂਰੀ ਪਰੀ ਬਲਾਏ। ਮੈਂ ਤਾਂ ਤਦੋਂ ਤੋਂ ਲੈ ਕੇ ਬਹੁਤ ਸਾਵਧਾਨੀ, ਅਸੀਂ ਇੱਕ ਮੁਹਾਵਰੇ ਦੇ ਰੂਪ ਵਿੱਚ ਇਹ ਲਫ਼ਜ਼ ਇਸਤੇਮਾਲ ਕਰਿਆ ਕਰਦੇ ਹਾਂ ਕਿ ਬਲਾ ਸਹੇੜ ਲਈ। ਹਰ ਪਲ ਹੁਣ ਸਾਵਧਾਨ ਰਹਿਣਾ ਪੈਂਦਾ ਹੈ। ਇਹ ਵੀ ਜ਼ਿੰਦਗੀ ਦੇ ਅੰਦਰ ਔਖੀ ਕਾਰ ਹੈ,
ਵਿਖੜੀ ਕਾਰ ਹੈ ਕਿ ਹਰ ਪਲ ਭਗਤ ਨੂੰ ਸਾਵਧਾਨੀ ਵਿੱਚ ਬਿਤਾਉਣਾ ਪੈਂਦਾ ਹੈ। ਇੱਕ ਪਲ ਵੀ ਉਹ ਅਵੇਸਲਿਆਂ ਹੋ ਕੇ ਗਫਲਤ ਦੀ ਨੀਂਦ ਵਿੱਚ ਗਵਾਉਂਦਾ ਨਹੀਂ। ਕਬੀਰ ਜੀ ਕਹਿੰਦੇ ਨੇ, ਜਦ ਤੋਂ ਮੈਂ ਇਹ ਬੁੱਝਣਾ ਬੁੱਝਿਆ, ਵਿਕਾਰਾਂ ਦਾ ਟਾਕਰਾ ਕਰਨਾ ਹੈ, ਹਰ ਪਲ ਇਹ ਵਿਖੜੀ ਕਾਰ ਵਿੱਚ ਲੰਘ ਰਿਹਾ। ਕੋਈ ਇੱਕ ਪਲ ਵੀ ਬੇਕਾਰ ਚਲਾ ਗਿਆ ਕੋਈ ਵਾਪਸ ਥੋੜੀ ਮਿਲਣ ਵਾਲਾ ਹੈ, ਜਾਂ ਕਿਸ ਕੀਮਤ ਨਾਲ ਮੈਂ ਉਸ ਨੂੰ ਖਰੀਦ ਸਕਾਂਗਾ। ਇਸ ਲਈ ਇੱਕ ਇੱਕ ਪਲ ਮੈਂ ਸਾਵਧਾਨੀ ਵਿੱਚ ਸੁਚੇਤ ਹੋ ਕੇ ਬਿਤਾਉਂਦਾ। ਇਹ ਹੈ ਭਾਵ ਪੂਰੀ ਪਰੀ ਬਲਾਏ ਦਾ। 182ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਜਿਸ ਨੂੰ ਤਾਂ ਸੰਸੇ ਸਹਿਮ ਸਤਾਉਂਦੇ ਨੇ, ਮਾਰ ਪੈਂਦੀ ਹੈ, ਹਾਹਾਕਾਰ ਮਚਾਉਂਦਾ, ਜ਼ਿੰਦਗੀ ਦੁਖੀ ਹੋ ਕੇ ਬੀਤਦੀ ਹੈ। ਪੀੜ ਅੰਦਰ ਉੱਠਦੀ ਹੈ, ਮਨੁੱਖ ਦੁਖੀ ਹੁੰਦਾ ਹੈ। ਕਬੀਰ ਮਾਰੇ ਬਹੁਤ ਪੁਕਾਰਿਆ। ਇਹ ਸੰਸਿਆਂ ਦੀਆਂ ਮਾਰਾਂ ਨੇ, ਵਿਕਾਰਾਂ ਦੀਆਂ ਮਾਰਾਂ ਨੇ। ਮਨੁੱਖ ਨੂੰ ਜਦ ਮਾਰਿਆ ਬੜੀ ਹਾਹਾਕਾਰ ਉਸਨੇ ਕੀਤੀ। ਇਹ ਪੀੜ ਜਿਵੇਂ ਜਿਵੇਂ ਉੱਠੀ, ਮਨੁੱਖ ਦੁਖੀ ਜ਼ਰੂਰ ਹੋਇਆ, ਪਰ ਖਹਿੜਾ ਫਿਰ ਨਹੀਂ ਛੱਡਦਾ। ਪੈਂਦਾ ਉਸੇ ਪਾਸੇ ਵੱਲ ਹੈ ਦੌੜ ਕੇ ਜਿੱਧਰੋਂ ਦੁੱਖ ਇਸ ਦੇ ਸਾਹਮਣੇ ਆਏ ਨੇ। ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਪਰ ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਤਾਂ ਜਦੋਂ ਰਹੱਸ ਦੀ ਰਮਜ਼ ਦੀ ਚੋਟ ਗੁਰੂ ਸ਼ਬਦ ਦੀ ਵੱਜੀ, ਮੇਰਾ ਦਿਲ ਗਿਆ ਵਿੰਨਿਆ ਤੇ ਮੈਂ ਹੁਣ ਠੌਰ ਟਿਕਾਣੇ ਤੇ ਟਿਕ ਗਿਆ। ਮੈਂ ਉਹ ਦੌੜ ਭੱਜ ਛੱਡ ਦਿੱਤੀ। ਇੱਕ ਟਿਕਾ ਵਿੱਚ ਜਿੱਥੇ ਇਹ ਦਾਵੇ ਦਾਜਨ ਦੀ ਜਿਹੜੀ ਸੜਨ ਦੀ ਬਿਮਾਰੀ ਆਉਂਦੀ ਸੀ, ਉਹ ਨਹੀਂ ਆਉਂਦੀ ਹੁਣ ਸੰਸੇ ਮੈਨੂੰ ਸਤਾਉਂਦੇ ਨਹੀਂ। ਮੈਨੂੰ ਗੁਰੂ ਦੇ ਸ਼ਬਦ ਦੀ ਇੱਕ ਚੋਟ ਲੱਗੀ, ਉਸਨੇ ਜੀਵਨ ਦਾ ਰੁਖ ਬਦਲ ਕੇ ਰੱਖ ਦਿੱਤਾ, ਟਿਕਾਓ ਵਿੱਚ ਆ ਗਿਆ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਜੋ ਗੁਰੂ ਸ਼ਬਦ ਦਾ ਨੇਜ਼ਾ ਲੱਗਾ ਹੈ ਨਾ, ਸੇਲਾ, ਇਹ ਬੜੀ ਸੁਹੇਲੀ ਚੋਟ ਹੈ। ਚੋਟ ਔਰ ਸੁਹੇਲੀ ਸੁਖਦਾਈ, ਇਹ ਕੇਵਲ ਗੁਰੂ ਸ਼ਬਦ ਦੀ ਚੋਟ ਹੀ ਹੋ ਸਕਦੀ ਹੈ। ਦੂਜੀ ਚੋਟ ਤਾਂ ਮਾਮੂਲੀ ਵੀ ਕੋਈ ਲੱਗੇ ਸੁੱਖ ਨਹੀਂ ਦਿੰਦੀ, ਦੁੱਖ ਦਿੰਦੀ ਹੈ। ਪਰ ਗੁਰੂ ਸ਼ਬਦ ਦੀ ਚੋਟ ਲੱਗੀ, ਇਹ ਨੇਜ਼ਾ ਲੱਗਣਾ ਵੱਡੇ ਭਾਗਾਂ ਦੀ ਬਾਤ ਸੀ। ਇਹ ਸੁੱਖ ਦੇਣ ਵਾਲਾ ਸੀ। ਪਰ ਅੰਦਰੋਂ ਇੱਕ ਵਾਰੀ ਚੋਟ ਸੀ, ਹੌਂਕੇ ਉੱਠੇ। ਪਰ ਉਹ ਹੌਂਕੇ ਵੀ ਜਿਸ ਦੇ ਅੰਦਰ ਉੱਠਣ ਉੱਭੇ ਸਾਹ, ਉਹ ਵੀ ਪੁਰਖ ਵਡਭਾਗੀ ਹੈ। ਉਹ ਇਹ ਸੀ, ਗੁਰੂ ਸ਼ਬਦ ਨੇ ਇੱਕ ਸਮਝ ਬਖਸ਼ ਦਿੱਤੀ, ਉਹ ਰੱਬ ਤੋਂ ਟੁੱਟ ਕੇ ਜ਼ਿੰਦਗੀ ਬਿਤਾਈ ਜਾਣਾ, ਇੰਨਾ ਅਮੋਲਕ ਜੀਵਨ ਬੇਕਾਰ ਗਵਾ ਦਿੱਤਾ ਹੀ। ਤਤਸ਼ਿਨ ਅੰਦਰੋਂ ਉਸ ਦੇ ਵਿਛੋੜੇ ਦਾ ਅਨੁਭਵ ਹੋਇਆ ਤੇ ਹੂੰਕਾ ਨਿਕਲਿਆ। ਹੂਕ ਨਿਕਲੀ ਕਿ ਇੰਨਾ ਕੀਮਤੀ ਜੀਵਨ ਇੰਨਾ ਬੇਕਾਰ ਗਵਾ ਰਿਹਾ। ਪਰ ਇਹ ਹੌਂਕਾ ਵੀ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਭਗਤੀ ਬਣ ਗਿਆ। ਇਹ ਤਾਂ ਇੰਝ ਸੀ ਜਿਵੇਂ ਕੋਈ ਸੁਹਾਗਣ ਆਪਣੇ ਸੁਹਾਗ ਦੇ ਨੇਤਰ ਵਿਛਾ ਕੇ ਰਾਜ ਖੜੋਤੀ ਹੋਵੇ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਇਹ ਹੌਂਕੇ ਵੀ ਮਿਲਾਪ ਲਈ ਨੇ, ਇਹ ਬੰਦਗੀ ਹੈ। ਲੋਚਨ ਭਰੀ ਲੈ ਉਸਾਸਾ, ਨੇਤਰਾਂ ਚੋਂ ਜਲ ਵਹੇ, ਅੰਦਰੋਂ ਹੂਕ ਨਿਕਲੇ, ਉੱਭੇ ਸਾਹ ਹੋਣ। ਲਾਗਤ ਲੈ ਉਸਾਸ। ਕਬੀਰ ਜੀ ਕਹਿੰਦੇ ਨੇ, ਜਦੋਂ ਗੁਰੂ ਸ਼ਬਦ ਦਾ ਬਾਣ ਲੱਗਦਾ, ਉਸ ਵੇਲੇ ਇੱਕ ਵਾਰੀ ਮਨੁੱਖ ਇਸ ਅਵਸਥਾ ਵਿੱਚੋਂ ਗੁਜ਼ਰਦਾ ਹੈ, ਲੰਘਦਾ ਹੈ। ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ, ਗੁਰੂ ਮੈਂ ਦਾਸ।
ਪਰ ਕਬੀਰ ਸਾਹਿਬ ਕਹਿੰਦੇ ਨੇ ਸੁਖਦਾਈ ਹੈ ਚੋਟ, ਲੰਘਾਏਗੀ ਤਾਂ ਇੱਕ ਵਾਰੀ ਵਿਛੋੜੇ ਦਾ ਅਨੁਭਵ ਕਰਵਾ ਕੇ, ਪਰ ਇਹ ਬਿਰਹੋਂ ਦੀ ਪੀੜਾ ਆਖਰ ਸੁਖ ਦੇਣ ਵਾਲੀ ਹੈ। ਇਸ ਲਈ ਇਹ ਚੋਟ ਸੁਖਦਾਈ ਹੈ। ਪ੍ਰਭੂ ਪਤੀ ਦੇ ਮਿਲਾਪ ਲਈ ਅੰਦਰ ਤਾਂਘ ਪੈਦਾ ਹੋਵੇਗੀ। ਜਿਹੜਾ ਮਨੁੱਖ ਗੁਰੂ ਸ਼ਬਦ ਦੀ ਇਹ ਚੋਟ ਖਾਂਦਾ ਹੈ, ਅਸੀਂ ਤਾਂ ਪਾਸੇ ਆਸੇ ਹੋ ਜਾਂਦੇ ਹਾਂ, ਇੱਧਰੋਂ ਸੁਣ ਉੱਧਰੋਂ ਕੱਢ ਦਿੱਤੀ, ਦਿਲ ਤੱਕ ਪਹੁੰਚਣ ਵਿਰਲਾ ਬੰਦਾ ਦਿੰਦਾ ਹੈ। ਪਰ ਜੋ ਹਿਰਦੇ ਤੇ ਗੁਰੂ ਸ਼ਬਦ ਦੇ ਬਾਣ ਦੀ ਚੋਟ ਖਾ ਲੈਂਦੇ ਨੇ, ਕਬੀਰ ਜੀ ਕਹਿੰਦੇ ਨੇ ਉਹ ਮਨੁੱਖ ਪੂਜਣ ਯੋਗ ਹੋ ਗਿਆ। ਮੈਂ ਉਸ ਦਾ ਦਾਸ ਬਣਨ ਨੂੰ ਤਿਆਰ ਹਾਂ, ਕਿਉਂਕਿ ਸ਼ਬਦ ਦੀ ਅਗਵਾਈ ਵਿੱਚ ਉਸਨੇ ਆਪਾ ਸਾਧ ਲਿਆ ਹੈ, ਸਿਰਜਣਹਾਰ ਨਾਲ ਜੁੜ ਗਿਆ ਹੈ। ਉਸ ਦਾ ਮੈਂ ਦਾਸ ਬਣ ਕੇ ਸੇਵਾ ਕਮਾਵਾਂ, ਮੇਰੇ ਵੱਡੇ ਭਾਗ ਹੋਣਗੇ। ਵਾਹਿਗੁਰੂ ਜੀ ਕਿਰਪਾ ਕਰਨ, ਗੁਰੂ ਸ਼ਬਦ ਦਾ ਬਾਣ ਸਾਡੇ ਹਿਰਦੇ ਨੂੰ ਲੱਗੇ, ਵਿੰਨਿਆ ਜਾਏ ਇਹ ਹਿਰਦਾ, ਤੇ ਉਸ ਮਾਲਕ ਦੇ ਮਿਲਾਪ ਦੀ ਸਟੇਜ ਤੱਕ ਪਹੁੰਚ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।